ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ, ਨਾਲ ਦੀ ਨਾਲ ਬੇਕਰਸਫੀਲਡ ਦਾ ਜਿਹੜਾ ਸਾਡਾ ਰੇਡੀਓ ਸਟੇਸ਼ਨ 1350 AM। ਘਰਾਂ ਦੇ ਵਿੱਚ ਜਿੰਨੇ ਵੀ ਜਿਹੜੇ ਤੁਸੀਂ ਰੇਡੀਓ ਸੈਟਸ ਦੇ ਉੱਤੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਹੈਗੇ ਆ ਸਾਡੇ ਕੋਲ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 27 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408 272 2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਮੇਜਰ ਸਿੰਘ ਸਿੱਧੂ, ਸਤਨਾਮ ਧਾਲੀਵਾਲ, ਸੁੱਖਾ ਸਿੰਘ ਗਾਖਲ, ਬਿੰਦਰ ਧਾਲੀਵਾਲ, ਇਹ ਸਾਰੇ ਜਾਣੇ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ, ਜਿਸ ਤਰ੍ਹਾਂ ਤੁਹਾਨੂੰ ਸਰੋਤਿਆਂ ਨੂੰ ਪਤਾ ਹੀ ਹੋਊਗਾ, ਕੱਲ੍ਹ ਅਮਰੀਕਾ ਦਾ ਇੱਕ ਸੁਪਰਸਟਾਰ ਜਿਹੜਾ ਬਹੁਤ ਹੀ ਬਾਸਕਟਬਾਲ ਦਾ ਜਿਹੜਾ ਪਲੇਅਰ ਰਹਿ ਚੁੱਕਾ, ਕੋਬੀ ਬ੍ਰਾਇਨ, ਉਹਦੀ ਜਿਹੜੀ ਆ ਇੱਕ ਬੱਚੀ ਸੀ 8 ਸਾਲਾਂ ਦੀ, 13 ਸਾਲ ਦੀ, ਉਹਦੀ ਜਿਹੜੀ ਇੱਕ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਮੌਤ ਹੋ ਗਈ। ਲਾਸ ਐਂਜਲਸ ਦੇ ਵਿੱਚ ਉੱਥੇ ਧੁੰਦ ਬਹੁਤ ਸੀ ਅਤੇ ਹੈਲੀਕਾਪਟਰ ਕ੍ਰੈਸ਼ ਹੋ ਗਿਆ, ਜਿਹਦੇ ਨਾਲ 9 ਲੋਕਾਂ ਦੀਆਂ ਜਿਹੜੀਆਂ ਟੋਟਲ ਮੌਤਾਂ ਹੋਈਆਂ। ਬਿਲਕੁਲ, ਇਹ ਬਹੁਤ ਹੀ ਤਗੜਾ ਜਿਹੜਾ ਸੁਪਰਸਟਾਰ ਹੈ, LA ਲੇਕਰਸ ਦਾ ਜਿਹੜਾ ਸੁਪਰਸਟਾਰ ਕੋਬੀ ਬ੍ਰਾਇੰਟ, ਜਿਸ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੇ ਰਿਕਾਰਡ, ਬਹੁਤ ਸਾਰੀਆਂ ਚੈਂਪੀਅਨਸ਼ਿਪਸ, ਬਹੁਤ ਸਾਰੇ MVPs ਜਿਹੜੇ ਆ ਉਸਨੇ ਜਿੱਤੇ ਆ। 20 ਸਾਲ ਇਸ ਖੇਡ ਨੂੰ ਜਿਹੜਾ ਜੀ ਦੇਣ ਤੋਂ ਬਾਅਦ ਦੇ ਵਿੱਚ ਉਹ ਇਸ ਮੌਕੇ ਬੱਚਿਆਂ ਦੇ ਲਈ ਬਾਸਕਟਬਾਲ ਆਪਣੀ ਅਕੈਡਮੀ ਦੇ ਵਿੱਚ ਉਹ ਕਰ ਰਿਹਾ ਸੀ। ਆਪਣੀ ਬੱਚੀ ਦੇ ਨਾਲ ਇੱਕ ਥਾਂ ਦੇ ਉੱਤੇ ਜਿਹੜੀ ਆ ਉਹ ਗੇਮ ਹੀ ਖੇਡਣ ਜਾ ਰਿਹਾ ਸੀ। ਆਪਣੀ ਉਸ ਬੱਚੀ ਦੀ ਇੱਕ ਫਰੈਂਡ ਜਿਹੜਾ ਕਿ ਇੱਕ ਬੇਸਬਾਲ ਦਾ ਜਿਹੜਾ ਕੋਚ ਸੀ, ਉਸ ਦੀ ਵਾਈਫ ਅਤੇ ਉਸ ਦੀ ਜਿਹੜੀ ਬੱਚੀ ਉਹ ਵੀ ਉਸ ਦੇ ਨਾਲ ਸੀ, ਨਾਲ ਪਾਇਲਟ ਸੀਗਾ, ਹੋਰ ਕਈ ਜਣੇ ਇਸ ਦੇ ਵਿੱਚ ਸਵਾਰ ਸੀਗੇ। 1000 ਓਕਸ ਵਾਲੇ ਇਲਾਕੇ ਦੇ ਵਿੱਚ ਕਹਿੰਦੇ ਜਾ ਰਹੇ ਸੀਗੇ ਅਤੇ ਉਸ ਥਾਂ ਦੇ ਉੱਤੇ ਕਾਫੀ ਸੰਘਣੀ ਧੁੰਦ ਅਤੇ ਬੱਦਲ ਜਿਹੜੇ ਸੀਗੇ ਅਤੇ ਇਹਨਾਂ ਦਾ ਹੈਲੀਕਾਪਟਰ ਦਾ ਜਿਹੜਾ ਕਿਹਾ ਜਾ ਰਿਹਾ ਆ, ਹੁਣ ਤਾਂ ਵੈਸੇ ਜਾਂਚ ਉਸ ਦੀ ਜਿਹੜੀ ਉਹ ਹੋ ਰਹੀ ਆ ਵੀ ਕੀ ਜਿਹੜੇ ਕਾਰਨ ਹੋਏ ਆ, ਪਰ ਜਿਹੜੇ ਉੱਥੇ ਦੇ ਚਸ਼ਮਦੀਦ ਗਵਾਹ ਆ ਉਹ ਕਹਿ ਰਹੇ ਸੀਗੇ ਵੀ ਲੱਗਦਾ ਹੈ ਵੀ ਉਸ ਦੀ ਓਰੀਐਂਟੇਸ਼ਨ ਜਾਂ ਉਸ ਨੂੰ ਪਤਾ ਨਹੀਂ ਲੱਗਾ ਪਾਇਲਟ ਨੂੰ ਵੀ ਉਹ ਕਿੱਥੇ ਆ, ਕਿਉਂਕਿ ਧੁੰਦ ਇੰਨੀ ਕੁ ਜਿਹੜੀ ਉਹ ਜ਼ਿਆਦਾ ਸੀ, ਜਿਸ ਕਰਕੇ ਇਹ ਜਹਾਜ਼ ਇਸ ਦਾ ਜਿਹੜਾ ਹੈਲੀਕਾਪਟਰ ਉਹ ਕ੍ਰੈਸ਼ ਹੋ ਗਿਆ। ਅਤੇ ਜਿਹੜਾ ਤਕਰੀਬਨ ਸਵੇਰੇ ਮਿਲਾ ਦਾ ਹਰਜੋਤ ਸਿੰਘ ਜੀ 10-11 ਵਜੇ ਹੀ ਜਿਹੜੇ ਉਹ ਵਜੇ ਸੀ ਜਦ ਇਹ ਖਬਰ ਜਿਹੜੀ ਆਈ ਆ, ਅਤੇ ਬਹੁਤ ਹੀ ਜਿਹੜਾ ਇੱਕ ਹਰ ਇੱਕ ਨੂੰ ਜਿਹੜਾ ਉਹ ਝੰਜੋੜ ਗਈ। ਚੌਂਚ ਫੇਰੇ ਇਸ ਦੀ ਹੀ ਜਿਹੜੀ ਉਹ ਗੱਲ ਹੋਈ ਸੀ। ਹਾਈ ਸਕੂਲ ਤੋਂ ਬਾਅਦ 'ਚ ਹਰਜੋਤ ਸਿੰਘ ਜੀ ਡਾਇਰੈਕਟਲੀ NBA ਦੇ ਵਿੱਚ ਇਹ ਬੰਦਾ ਜਿਹੜਾ ਆ ਉਹ ਡਰਾਫਟ ਕੀਤਾ ਗਿਆ, LA ਲੇਕਰਸ ਦੇ ਦੁਆਰਾ ਜਿਹੜਾ ਡਰਾਫਟ ਕੀਤਾ ਗਿਆ। LA ਲੇਕਰਸ ਦੇ ਲਈ 20 ਸਾਲ ਜਿਹੜਾ ਉਹ ਖੇਡਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਇਸ ਨੇ ਰਿਟਾਇਰ ਜਿਹੜਾ ਹੋਇਆ ਸੀ। ਅਜੇ ਬੀਤੇ ਸ਼ਨੀਚਰਵਾਰ ਹੀ ਉਸ ਦੇ ਜਿਹੜੇ ਆਲ ਟਾਈਮ ਪੁਆਇੰਟਸ ਦਾ ਰੈਕਡ ਆ ਉਸ ਨੂੰ ਲੈਬਰੋਨ ਜੇਮਸ, ਉਹ ਵੀ ਹੁਣ ਜਿਹੜਾ ਲੇਕਰਸ ਦੇ ਲਈ ਖੇਡਦਾ ਆ, ਉਸ ਨੇ ਜਿਹੜਾ 1 ਪੁਆਇੰਟ ਦੇ ਨਾਲ ਤੋੜਿਆ ਸੀਗਾ। ਸੋ ਟੌਪ ਦੇ 4 ਜਿਹੜੇ ਖਿਡਾਰੀਆਂ ਦੇ ਵਿੱਚ ਜਿਹੜਾ ਇਸ ਦਾ ਨਾਮ ਸੀ, ਜਿਹਨੇ ਸਭ ਤੋਂ ਜ਼ਿਆਦਾ ਪੁਆਇੰਟ ਜਿਹੜੇ ਆ ਬਾਸਕਟਬਾਲ ਦੇ ਕੋਰਟ ਦੇ ਉੱਤੇ ਜਿਹੜੇ ਉਹ ਬਣਾਏ ਸੀਗੇ। ਅਤੇ ਇਹ ਬਹੁਤ ਹੀ ਦੁਖਦਾਈ, ਬੜੀ ਮੰਦਭਾਗੀ ਜਿਹੜੀ ਘਟਨਾ ਵਾਪਰੀ ਆ। ਕੱਲ੍ਹ ਕਈ ਗੇਮਸ ਵੀ ਸੀਗੀਆਂ, ਬਹੁਤ ਸਾਰੀ ਗੇਮਸ ਦੇ ਵਿੱਚ ਇਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕੱਲ੍ਹ ਗ੍ਰੈਮੀ ਅਵਾਰਡਸ ਸਟੇਪਲ ਸੈਂਟਰ ਉਸ ਜਗ੍ਹਾ ਦੇ ਉੱਤੇ ਸੀਗੇ ਜਿੱਥੇ LA ਲੇਕਰਸ ਦੀ ਜਿਹੜੀ ਆ ਹੋਮ ਗਰਾਊਂਡ ਹੈਗੀ ਆ, ਹੋਮ ਜਿਹੜੀ ਪਲੇਸ ਆ, ਉੱਥੇ ਵੀ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਉਹ ਭੇਟ ਕੀਤੀ ਗਈ। ਛੋਟੇ ਤੋਂ ਲੈ ਕੇ ਵੱਡਿਆਂ ਤੱਕ ਜਿਸ ਵੀ ਲੋਕਾਂ ਨੇ ਇਸ ਨੂੰ ਦੇਖਿਆ, ਇਸ ਨੂੰ ਵਾਚਿਆ ਆ, ਉਹਨਾਂ ਸਾਰਿਆਂ ਦਾ ਹੀ ਦਿਲ ਜਿਹੜਾ ਉਹ ਬਲੂੰਦਰਿਆ ਗਿਆ। ਇਸ ਦੀ ਬਹੁਤ ਹੀ ਜਿਹੜੇ ਕਹਿ ਲਓ ਵੀ ਅਣਕਿਆਸੀ ਜਿਹੜੀ ਉਹ ਮੌਤ ਹੋ ਗਈ। 41 ਸਾਲ ਮਹਿਜ ਜਿਹੜੀ ਹਰਜੋਤ ਸਿੰਘ ਜੀ ਇਸ ਦੀ ਉਮਰ ਸੀ। ਛੋਟੀ ਇਸ ਦੀ ਜਿਹੜੀ ਬੱਚੀ ਸੀ, ਕੁੱਲ ਇਸ ਦੀਆਂ 4 ਬੱਚੀਆਂ ਸੀਗੀਆਂ।
ਵਾਈਫ ਸੀਗੀ। ਅਤੇ ਹੁਣ ਅਚਨਚੇਤੇ ਦੇਖੋ ਹਰਜੋਤ ਸਿੰਘ ਜੀ ਪੂਰੇ ਪਰਿਵਾਰ ਦਾ ਪਰਿਵਾਰ ਹੀ ਜਿਹੜਾ ਆ ਉਹ ਤਹਿਸ ਨਹਿਸ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਹੋ ਗਿਆ। ਬਹੁਤ ਕਹਿੰਦੇ ਹੁਣ ਉਮਦਾ ਕੰਮ ਜਿਹੜਾ ਉਹ ਕਰ ਰਿਹਾ ਸੀ ਆਪਣੀ ਅਕੈਡਮੀ ਦੇ ਜ਼ਰੀਏ, ਉਹਨਾਂ ਬੱਚਿਆਂ ਤੱਕ ਬਾਸਕਿਟਬਾਲ ਲੈ ਕੇ ਜਾ ਰਿਹਾ ਸੀ ਜਿਹੜੇ ਅੰਡਰ ਪ੍ਰਿਵਿਲੇਜਡ ਕਹਿ ਸਕਦੇ ਸੀ, ਜਿਨ੍ਹਾਂ ਦੇ ਕੋਲ ਬਹੁਤੇ ਪੈਸੇ ਨਹੀਂ ਸੀ, ਗਰੀਬੀ ਦੇ ਵਿੱਚ ਸੀਗੇ, ਉਹਨਾਂ ਨੂੰ ਆਪਣੀ ਬਾਸਕਿਟਬਾਲ ਅਕੈਡਮੀ ਦੇ ਜ਼ਰੀਏ ਤਾਂ ਚੁੱਕਣਾ ਜਿਹੜਾ ਉਹ ਚਾਹੁੰਦਾ ਸੀਗਾ। ਪਰ ਸ਼ਾਇਦ ਪ੍ਰਮਾਤਮਾ ਨੂੰ ਕੁਝ ਹੋਰ ਹੀ ਜਿਹੜਾ ਉਹ ਮਨਜ਼ੂਰ ਸੀਗਾ। ਜੀ, ਸੋ ਬਿਲਕੁਲ ਕਹਿੰਦੇ ਵੀ ਜਿੱਥੇ ਜਿਹੜਾ ਇੱਕ ਜਗ੍ਹਾ ਰੱਖੀ ਗਈ ਹੈ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਪਹੁੰਚ ਰਹੇ ਹੈਗੇ ਆ। ਬਿਲਕੁਲ, ਸਟੇਪਲ ਸੈਂਟਰ ਦੇ ਬਾਹਰ ਹੀ ਜਿਹੜੇ ਲੋਕ ਜਿੱਦਾਂ ਹੀ ਇਹ ਖਬਰ ਬ੍ਰੇਕ ਹੋਈ ਆ ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਲੋਕ ਉੱਥੇ ਜਾ ਕੇ ਉਸ ਨੂੰ ਸ਼ਰਧਾਂਜਲੀ ਜਿਹੜੀ ਉਹ ਭੇਂਟ ਕਰਨ ਦੇ ਲਈ ਉੱਥੇ ਜਿਹੜੇ ਉਹ ਪਹੁੰਚ ਰਹੇ ਆ। ਅਜੇ ਵੀ ਜਿਹੜੇ ਉਹ ਜਾ ਰਹੇ ਨੇ। ਲੋਕਾਂ ਨੂੰ ਅਜੇ ਵੀ ਵਿਸ਼ਵਾਸ ਨਹੀਂ, ਕਿਸੇ ਨੂੰ ਵੀ ਇਹ ਵਿਸ਼ਵਾਸ ਨਹੀਂ ਜਿਹੜਾ ਹੋ ਰਿਹਾ, ਅਤੇ ਨਾ ਹੀ ਕੋਈ ਮੰਨਣਾ ਚਾਹੁੰਦਾ ਆ ਵੀ ਕੋਬੀ ਬ੍ਰਾਇੰਟ ਜਿਹੜਾ ਆ ਉਹ ਇਸ ਮੌਕੇ ਦੁਨੀਆ ਦੇ ਵਿੱਚ ਜਿਹੜਾ ਉਹ ਨਹੀਂ ਰਿਹਾ। ਅਤੇ ਉਸ ਦੇ ਨਾਲ ਜਿਹੜੀ ਇਹ ਬਹੁਤ ਹੀ ਮੰਦਭਾਗੀ ਇਹ ਜਿਹੜੀ ਦੁਰਘਟਨਾ ਜਿਹੜੀ ਉਹ ਵਾਪਰੀ ਆ ਇਹਨਾਂ ਦੇ ਪਰਿਵਾਰ ਦੇ ਨਾਲ, ਅਤੇ ਬਾਕੀ ਜਿਹੜੇ ਵਿਕਟਮਸ ਆ 9 ਜਾਣੇ ਜਿਹੜੇ ਮਾਰੇ ਗਏ ਉਹਨਾਂ ਦੇ ਪਰਿਵਾਰ ਦੇ ਨਾਲ ਪੂਰੀ ਪੰਜਾਬੀ ਰੇਡੀਓ USA ਦਾ ਅਦਾਰਾ ਭਾਈਵਾਲ ਹੈ ਇਸ ਦੁੱਖ ਦੀ ਘੜੀ ਦੇ ਵਿੱਚ। ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਵੀ ਉਹਨਾਂ ਨੂੰ ਆਪਣੇ ਚਰਨਾਂ 'ਚ ਵੀ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ। ਬਹੁਤ ਔਖਾ ਹੁੰਦਾ ਹੈ ਇਹੋ ਜਿਹੇ ਮੌਕੇ ਦੇ ਉੱਤੇ ਜਿਨ੍ਹਾਂ ਦੇ ਨਾਲ ਵਾਪਰਦੀ ਹੈ, ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਉਹ ਖਿੰਡ ਜਾਂਦੇ ਨੇ, ਬਹੁਤ ਔਖਾ ਆ। ਇਹੀ ਆਪਾਂ ਅਰਦਾਸ ਕਰ ਸਕਦੇ ਹਾਂ ਜੀ। ਅਗਲੀ ਖਬਰ ਜਿਹੜੀ ਹੈ ਅਫਗਾਨਿਸਤਾਨ ਤੋਂ ਆ ਰਹੀ ਹੈ। ਅਫਗਾਨਿਸਤਾਨ ਦੇ ਵਿੱਚ ਇੱਕ US ਦਾ ਮਿਲਟਰੀ ਪਲਾਨ ਜਿਹੜਾ ਜਹਾਜ਼ ਆ ਉਹ ਕਹਿੰਦੇ ਕ੍ਰੈਸ਼ ਹੋ ਗਿਆ, ਪਰ ਪਤਾ ਇਹ ਲੱਗ ਰਿਹਾ ਵੀ ਤਾਲੀਬਾਨ ਵਾਲੇ ਕਹਿੰਦੇ ਆ ਵੀ ਅਸੀਂ ਉਸ ਜਹਾਜ਼ ਨੂੰ ਥੱਲੇ ਸਿੱਟਿਆ ਆ, ਕਿਉਂਕਿ ਕਹਿੰਦੇ US ਦਾ ਜਿਹੜਾ ਮਿਲਟਰੀ ਪਲੇਨ ਸੀਗਾ ਇਹ ਇੰਟੈਲੀਜੈਂਸ ਮਿਸ਼ਨ ਦੇ ਉੱਤੇ ਸੀਗਾ, ਉਸ ਏਰੀਏ ਦੇ ਵਿੱਚ ਸੀ ਜਿੱਥੇ ਤਾਲੀਬਾਨਾਂ ਦਾ ਕੰਟਰੋਲ ਆ। ਸਾਦੋ ਖੇਲ ਏਰੀਆ ਜਿਹੜਾ ਹੈਗਾ ਆ ਉਸ ਏਰੀਏ ਦੇ ਵਿੱਚ ਦੇ ਯਾਕ ਡਿਸਟ੍ਰਿਕਟ ਜਿਹੜਾ ਗਜ਼ਨੀ ਪ੍ਰੋਵਿੰਸ ਆ ਉੱਥੇ ਹੈਗਾ। ਇਹ ਤਾਲੀਬਾਨ ਦਾ ਸਪੋਕਸਪਰਸਨ ਜ਼ੈਬੀਉੱਲਾ ਮੁਜਾਹਿਦ ਕਰਕੇ ਜਿਹੜਾ ਹੈ ਉਸਨੇ ਸਟੇਟਮੈਂਟ ਦਿੱਤੀ ਆ। ਕਹਿੰਦੇ ਵੀ ਜਹਾਜ਼ ਦੇ ਵਿੱਚ ਹਾਈ ਰੈਂਕਿੰਗ ਆਫੀਸਰ ਵੀ ਸੀ, ਉਹ ਵੀ ਜਿਹੜੇ ਆ ਮਾਰੇ ਗਏ ਹੈਗੇ ਆ। ਪਰ US ਦੇ ਜਿਹੜੇ ਸੀਨੀਅਰ ਡਿਫੈਂਸ ਆਫੀਸ਼ੀਅਲਸ ਹੈਗੇ ਆ ਉਹ ਇਸ ਕ੍ਰੈਸ਼ ਦੀ ਜਿਹੜੀ ਆ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ। ਜੀ ਬਿਲਕੁਲ। ਸੋ ਉਹਨਾਂ ਨੇ ਅਜੇ ਆਪਣੇ ਇੱਧਰਲੇ ਪਾਸੋਂ ਕੋਈ ਬਹੁਤਾ ਜ਼ਿਆਦਾ ਇਸ ਦੇ ਉੱਤੇ ਕੋਈ ਟਿੱਪਣੀ ਜਿਹੜੀ ਉਹ ਨਹੀਂ ਜਿਹੜੀ ਹਰਜੋਤ ਸਿੰਘ ਜੀ ਕੀਤੀ ਵੀ ਇਹ ਵਾਕਿਆ ਤਾਲੀਬਾਨ ਨੇ ਸੁੱਟਿਆ ਕਿ ਨਹੀਂ, ਕਿਉਂਕਿ ਇੱਕ ਪਾਸੇ ਤਾਲੀਬਾਨ ਵਾਲੇ ਅਮਰੀਕਾ ਦੇ ਨਾਲ ਜਿਹੜੀ ਆ ਉਹ ਮੀਟਿੰਗਾਂ ਕਰ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਅਮਰੀਕੀ ਜਿਹੜੇ ਉੱਥੋਂ ਸਾਰਿਆਂ ਨੇ ਜਿਹੜਾ ਉਹ ਬਾਹਰ ਜਾਣਾ। ਦੂਜੇ ਪਾਸੇ ਅਮਰੀਕਾ ਦਾ ਜਿਹੜਾ ਮਿਲਟਰੀ ਜਹਾਜ਼ ਆ ਉਹ ਸੁੱਟਣ ਦੀਆਂ ਜਿਹੜੀਆਂ ਗੱਲਾਂ ਕਰ ਰਹੇ ਆ। ਸੋ ਇਹ ਕਿਤੇ ਨਾ ਕਿਤੇ ਆਪਸ ਦੇ ਵਿੱਚ ਵੀ ਗੱਲਾਂ ਜਿਹੜੀਆਂ ਮੇਚ ਨਹੀਂ ਖਾਂਦੀਆਂ, ਪਰ ਤਾਲੀਬਾਨਾਂ ਦੇ ਵਿੱਚ ਵੀ ਕਈ ਜਿਹੜੇ ਆ ਉਹ ਅਜਿਹੇ ਵੀ ਹੋਣਗੇ ਜਿਹੜੇ ਬਿਲਕੁਲ ਵੀ ਕਿਸੇ ਤਰੀਕੇ ਦਾ ਸਮਝੌਤਾ ਅਮਰੀਕੀਆਂ ਦੇ ਨਾਲ ਜਿਹੜਾ ਉਹ ਨਹੀਂ ਚਾਹੁੰਦੇ ਹੋਣਗੇ। ਹੋ ਸਕਦਾ ਉਹਨਾਂ ਤੋਂ ਅਟੱਕੇ ਵਿੱਚੋਂ ਇੱਦਾਂ ਉਹਨਾਂ ਨੇ ਇੱਦਾਂ ਦਾ ਕੰਮ ਕੀਤਾ ਹੋਵੇ, ਪਰ ਇਹ ਓਵਰਆਲ ਜਿਹੜਾ ਪੀਸ ਪ੍ਰੋਸੈਸ ਜਾਂ ਉੱਥੇ ਜਿਹੜੀ ਨੈਗੋਸੀਏਸ਼ਨ ਆ ਉਸ ਦੇ ਉੱਤੇ ਕਾਫੀ ਭੈੜਾ ਜਿਹੜਾ ਅਸਰ ਆ ਉਹ ਛੱਡ ਸਕਦਾ ਆ ਜੇ ਐਕਚੁਅਲ ਦੇ ਵਿੱਚ ਤਾਲੀਬਾਨ ਵਾਲਿਆਂ ਨੇ ਇਹ ਕੰਮ ਜਿਹੜਾ ਉਹ ਕੀਤਾ ਹੋਵੇ। ਸੋ ਇਹ ਕਾਫੀ ਇੱਕ ਜਿਹੜਾ ਅਹਿਮ ਮਸਲਾ ਆ, ਅਤੇ ਇਹਦੇ ਕਰਕੇ ਜਿਹੜੀ ਵਾਰ ਦੇ ਵਿੱਚੋਂ ਅਮਰੀਕਾ ਬਾਹਰ ਆਉਣਾ ਚਾਹੁੰਦਾ ਆ ਉਹ ਉੱਥੇ ਜਿਹੜਾ ਕੁਛ ਚਿਰ ਦੇ ਲਈ ਹੋਰ ਵੀ ਰੁਕ ਸਕਦਾ ਹੈਗਾ। ਸੋ ਬਿਲਕੁਲ ਇਹ ਜਿਹੜਾ ਪਲੇਨ ਆ ਉਹ ਕਹਿੰਦੇ ਪਈ E-11A ਕਰਕੇ ਇਸ ਨੂੰ ਜਾਣਿਆ ਜਾਂਦਾ ਹੈਗਾ, ਅਤੇ ਹਿੰਦੂ ਕੁਸ਼ ਦੀਆਂ ਜਿਹੜੀਆਂ ਪਹਾੜੀਆਂ ਆ ਉੱਥੇ ਇਹ ਡਿੱਗਿਆ ਹੈਗਾ। ਅਤੇ ਰਿਊਟਰਸ ਦੇ ਮੁਤਾਬਕ ਜਿਹੜੀ ਲੇਟੈਸਟ ਖਬਰ ਆ ਉਹ ਕਹਿੰਦੇ ਵੀ ਤਾਲੀਬਾਨ ਨੇ ਇਹਦੀ ਜ਼ਿੰਮੇਵਾਰੀ ਲਈ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਇੱਧਰ US ਦੀ ਅੰਬੈਸੀ ਦੇ ਇੱਕ ਡਾਈਨਿੰਗ ਹਾਲ ਦੇ ਵਿੱਚ ਜਿਹੜਾ ਕਿ ਬਗਦਾਦ ਇਰਾਕ ਦੇ ਵਿੱਚ ਹੈਗਾ ਆ, ਉੱਥੇ ਵੀ ਇੱਕ ਰੌਕਟ ਦੇ ਜ਼ਰੀਏ ਕਹਿੰਦੇ ਆ ਉਹ ਉੱਥੇ ਡਿੱਗਾ ਆ, ਰੌਕਟ ਦੇ ਨਾਲ ਹਮਲਾ ਹੋਇਆ ਹੋ ਸਕਦਾ ਹੈ। ਸੋ ਇਹ ਇਰਾਕ ਦੇ ਵਿੱਚ ਅਮਰੀਕੀਆਂ ਦੇ ਉੱਤੇ ਜਿਹੜਾ ਹਮਲਾ ਆ ਇਹ ਦੁਬਾਰਾ ਜਿਹੜਾ ਹੋਇਆ। ਆਪਾਂ ਜਾਣਦੇ ਹਾਂ ਵੀ ਕੁਛ ਹਫ਼ਤੇ ਪਹਿਲਾਂ ਜਿਹੜਾ ਕਸਮ ਸੁਲੇਮਾਨੀ ਈਰਾਨ ਦਾ ਜਿਹੜਾ ਉਹਨਾਂ ਦਾ ਟੌਪ ਦਾ ਮਿਲਟਰੀ ਦਾ ਸੀਗਾ ਲੀਡਰ, ਉਸ ਨੂੰ ਡਰੋਨ ਹਮਲੇ ਤੋਂ ਦੇ ਵਿੱਚ ਖ਼ਤਮ ਕਰਨ ਤੋਂ ਬਾਅਦ ਦੇ ਵਿੱਚ ਅਮਰੀਕਾ ਦੇ ਜਿਹੜੇ ਫੌਜੀ ਜਿਹੜੇ 에ਅਰ ਬੇਸ ਦੇ ਉੱਤੇ ਸੀਗੇ ਇਰਾਕ ਦੇ ਵਿੱਚ, ਉੱਥੇ ਈਰਾਨ ਦੇ ਦੁਆਰਾ ਹਮਲੇ ਕੀਤੇ ਗਏ ਸੀ। ਅਤੇ ਹੁਣ ਇਹ ਜਿਹੜਾ ਅਚਨਚੇਤ ਇੱਕ ਰਾਕਟ ਜਿਹੜਾ ਆ US ਦੀ ਅੰਬੈਸੀ ਦੇ ਡਾਈਨਿੰਗ ਹਾਲ ਦੇ ਵਿੱਚ ਜਿਹੜਾ ਉਹ ਡਿੱਗਾ ਆ। ਜਿਹੜੇ ਪੈਂਟਾਗਨ ਦੇ ਅਧਿਕਾਰੀ ਉਹਨਾਂ ਨੇ ਦੱਸਿਆ ਵੀ ਜਿੰਨੇ ਵੀ ਉੱਥੇ ਅਧਿਕਾਰੀ ਹੈਗੇ ਆ ਉਸ ਅੰਬੈਸੀ ਦੇ, ਉਹ ਸਾਰੇ ਠੀਕ ਨੇ, ਸਾਰੇ ਸੇਫ ਨੇ, ਕਿਸੇ ਤਰੀਕੇ ਦੀ ਕੋਈ ਡੈਥ ਜਾਂ ਇੰਜਰੀ ਦੀ ਕੋਈ ਰਿਪੋਰਟ ਆ ਉਹ ਨਹੀਂ ਆਈ। ਸੋ ਸਟੇਟ ਡਿਪਾਰਟਮੈਂਟ ਨੇ ਦੱਸਿਆ ਵੀ ਇਸ ਟਾਈਮ ਅਸੀਂ ਇਸ ਪੂਰੀ ਸਿਚੁਏਸ਼ਨ ਦੇ ਉੱਤੇ, ਪੂਰੀ ਇਸ ਘਟਨਾ ਦੇ ਉੱਤੇ ਤਿੱਖੀ ਨਜ਼ਰ ਜਿਹੜੀ ਉਹ ਬਣਾ ਕੇ ਰੱਖੇ ਹੋਏ ਆ। ਕਹਿੰਦੇ ਖਾਸ ਕਰਕੇ ਉਦੋਂ ਜਦੋਂ ਈਰਾਨ
ਦੇ ਦੁਆਰਾ ਜਿਹੜੇ ਥਾਪੜਾ ਪ੍ਰਾਪਤ ਉੱਥੋਂ ਦੇ ਜਿਹੜੇ ਆਰਮਡ ਗਰੁੱਪ ਹੈਗੇ ਆ ਉਹ ਲਗਾਤਾਰ ਅਮਰੀਕੀਆਂ ਦੇ ਲਈ ਉੱਥੇ ਜਿਹੜਾ ਖਤਰਾ ਬਣੇ ਹੈਗੇ ਨੇ। ਸੋ ਇਹਨਾਂ ਨੇ ਜਿਹੜੇ ਉੱਥੋਂ ਦੇ ਸਾਬਕਾ ਜਿਹੜੇ ਪ੍ਰਾਈਮ ਮਿਨਿਸਟਰ ਹੁਸ਼ਿਆਰ ਜ਼ਬਾਰੀ ਆ ਉਹਨਾਂ ਨੇ ਇਸ ਹਮਲੇ ਦੀ ਕਿਹਾ ਜ਼ਿੰਮੇਵਾਰੀ ਕਹਿੰਦੇ ਵੀ ਜਿਹੜਾ ਉੱਥੇ ਦਾ ਮਲੇਸ਼ੀਆ ਹੈਗਾ ਆ ਵੀ ਉਹਨਾਂ ਨੇ ਇਸ ਤਰੀਕੇ ਦਾ ਜਿਹੜਾ ਉਹ ਕੀਤਾ ਹੋ ਸਕਦਾ ਹੈ। ਸੋ ਆਪਾਂ ਆਲਰੇਡੀ ਦੇਖ ਰਹੇ ਹਾਂ ਹਰਜੋਤ ਸਿੰਘ ਜੀ ਉੱਥੇ ਵੀ ਇਸ ਟਾਈਮ ਤਣਾਅ ਦਾ ਮਾਹੌਲ ਪੂਰਾ ਜਿਹੜਾ ਉਹ ਬਣਿਆ ਹੋਇਆ ਆ। ਆਪਾਂ ਬੀਤੇ ਵੀਕਐਂਡ ਦੇ ਉੱਤੇ ਵੀ ਦੱਸਿਆ ਸੀ ਵੀ ਇਰਾਕ ਦੇ ਵਿੱਚ ਕਈ ਥਾਵਾਂ ਦੇ ਉੱਤੇ ਹਜ਼ਾਰਾਂ ਲੋਕ ਪ੍ਰੋਟੈਸਟ ਕਰ ਰਹੇ ਅਮਰੀਕੀ ਫੌਜੀਆਂ ਦੇ ਵਾਪਸ ਜਾਣ ਦੇ ਲਈ ਅਤੇ ਉੱਦਾਂ ਵੀ ਜਿਹੜੇ ਇਰਾਕੀ ਲੋਕ ਕਈ ਜਿਹੜੇ ਉੱਥੋਂ ਦੀ ਸਰਕਾਰ ਦੇ ਖਿਲਾਫ ਜਿਹੜੇ ਉਹ ਪ੍ਰੋਟੈਸਟ ਕਰ ਰਹੇ ਆ। ਈਰਾਨ ਦੇ ਨਾਲ ਜਿਹੜਾ ਇਸ ਟਾਈਮ ਪੇਚਾ ਜਿਹੜਾ ਉਹ ਪਿਆ ਹੋਇਆ ਆ। ਸੋ ਉਹਦੇ ਕਰਕੇ ਵੀ ਜਿਹੜਾ ਇੱਕ ਖਤਰਾ ਜਿਹੜਾ ਉਹ ਲਗਾਤਾਰ ਬਣਿਆ ਹੈਗਾ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਅਮਰੀਕਾ ਦੇ ਦੁਆਰਾ ਉੱਥੇ ਕਿਸ ਤਰੀਕੇ ਦੀ ਰਣਨੀਤੀ ਆ ਉਹ ਅਪਣਾਈ ਜਾਂਦੀ ਆ। ਜੀ ਅਗਲੀ ਖਬਰ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਜਿਹੜੀ ਉਹਨਾਂ ਦੀ ਇੰਪੀਚਮੈਂਟ ਨੂੰ ਲੈ ਕੇ ਹੈਗੀ ਆ। ਕੱਲ੍ਹ ਨਿਊਯਾਰਕ ਟਾਈਮ ਨੇ ਇੱਕ ਆਰਟੀਕਲ ਛਾਪਿਆ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਿਹੜਾ ਜੌਨ ਬੋਲਟਨ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਜਿਹੜਾ ਐਡਵਾਈਜ਼ਰ ਰਹਿ ਚੁੱਕਾ ਜਿਸ ਨੂੰ ਬਾਅਦ 'ਚ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਸੀ, ਉਹਨਾਂ ਨੇ ਇੱਕ ਬੁੱਕ ਲਿਖਣ ਜਾ ਰਿਹਾ ਆ ਅਤੇ ਉਹਦੇ ਕੁਛ ਟਰਾਂਸਕ੍ਰਿਪਟ ਜਿਹੜੇ ਉਹਨੇ ਰਿਲੀਜ਼ ਕੀਤੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਸਪੈਸ਼ਲੀ ਇਹ ਕਿਹਾ ਸੀ ਵੀ ਡੈਮੋਕ੍ਰੇਟਸ ਦੇ ਜਿਹੜੇ ਜੋ ਬਾਈਡਨ ਆ ਉਹਨਾਂ ਦੀ ਜਿਹੜੀ ਆ ਪਹਿਲਾਂ ਇਨਵੈਸਟੀਗੇਸ਼ਨ ਕੀਤੀ ਜਾਵੇ ਯੂਕਰੇਨ ਦੀ ਜਿਹੜੀ ਅਥਾਰਟੀਜ਼ ਨੂੰ, ਉਹ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜੀ ਫੰਡਿੰਗ ਦਿੱਤੀ ਜਾਵੇ। ਸੋ ਉਸ ਨੂੰ ਲੈ ਕੇ ਹੁਣ ਐਡਮ ਸ਼ਿਫ ਅਤੇ ਜਿਹੜੇ ਰਿਪਬਲਿਕਨ ਪਾਰਟੀ ਦੇ ਮਿਟ ਰੋਮਨੀ ਆ ਉਹਨਾਂ ਨੇ ਇਹ ਕਿਹਾ ਆ ਵੀ ਹੁਣ ਸਾਨੂੰ ਟਰਾਈ ਕਰਨੀ ਚਾਹੀਦੀ ਆ ਵੀ ਉਹਨਾਂ ਨੂੰ ਵਿਟਨਸ ਸਟੈਂਡ ਦੇ ਉੱਤੇ ਲਿਆਉਣਾ ਚਾਹੀਦਾ। ਪਰ ਇਹ ਅਲਟੀਮੇਟਲੀ ਕਹਿੰਦੇ ਡਿਸੀਜਨ ਤਾਂ ਬਾਅਦ 'ਚ ਹੋਊਗਾ ਵੀ ਵਿਟਨਸ ਸਟੈਂਡ 'ਤੇ ਆ ਕੇ ਉਹ ਕਹਿੰਦੇ ਕੀ ਆ। ਸੋ ਇਹ ਮੰਗ ਜਿਹੜੀ ਆ ਵਿਟਨਸ ਲਿਆਉਣ ਦੀ ਇਹ ਸੈਨੇਟ 'ਚ ਉੱਠ ਸਕਦੀ ਆ। ਬਿਲਕੁਲ। ਸੋ ਇਹ ਹੁਣ ਇੱਕ ਹੋਰ ਤੱਤੇ ਪਾਣੀ ਦੇ ਵਿੱਚ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਉਹ ਇਹ ਪਾਉਂਦਾ ਆ। ਇੱਕ ਪਾਸੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਲਾਇਰਸ ਨੇ ਉਹ ਇਸ ਟਾਈਮ ਸੈਨੇਟ ਦੇ ਵਿੱਚ ਆਪਣੀ ਜਿਹੜੀ ਗੱਲ ਆਪਣਾ ਪੱਖ ਜਿਹੜਾ ਉਹ ਰੱਖ ਰਹੇ ਆ। ਸ਼ਨੀਚਰਵਾਰ ਨੂੰ ਵੀ ਉਹਨਾਂ ਨੇ ਆਪਣਾ ਜਿਹੜਾ ਪੱਖ ਆ ਉਹ ਰੱਖਿਆ ਸੀਗਾ। ਉਹਨਾਂ ਨੇ ਮੋਸਟਲੀ ਕਹਿੰਦੇ ਆ ਵੀ ਜਿਹੜੇ ਫੈਕਟਸ ਆਪਣੇ ਵੱਲੋਂ ਪ੍ਰੋਸੀਕਿਊਟਰਸ ਨੇ ਐਡਮ ਸ਼ਿਫ ਜਾਂ ਡੈਮੋਕ੍ਰੇਟ ਦੇ ਜਿਹੜੇ ਮੈਨਰਸ ਆ ਉਹਨਾਂ ਨੇ ਇਕੱਲੇ ਉਹਨਾਂ ਦੇ ਖਿਲਾਫ ਤਾਂ ਘੱਟ ਬੋਲੇ ਆ ਫੈਕਟਸ ਦੇ ਖਿਲਾਫ, ਪਰ ਜਿਹੜੇ ਬੋਲ ਰਹੇ ਸੀਗੇ ਲੀਡਰ ਸੀਗੇ ਉਹਨਾਂ ਦੇ ਉੱਤੇ ਜਿਹੜਾ ਜ਼ਰੂਰ ਉਹਨਾਂ ਨੇ ਅਟੈਕ ਬਣਾ ਕੇ ਰੱਖਿਆ। ਕਿਸੇ ਵੀ ਕਹਿੰਦੇ ਵੀ ਫੈਕਟ ਨੂੰ ਉਹ ਝੁਠਲਾ ਜਿਹੜੇ ਆ ਉਸ ਹਿਸਾਬ ਦੇ ਨਾਲ ਨਹੀਂ ਰਹੇ, ਇਹ ਜਿਹੜੇ ਡੈਮੋਕ੍ਰੇਟਸ ਆ ਉਹ ਕਹਿ ਰਹੇ ਨੇ। ਸੋ ਇਹ ਇਸ ਟਾਈਮ ਪੂਰੇ ਤਰੀਕੇ ਦੇ ਨਾਲ ਪਾਰਟੀਜ਼ਨ ਲੈਵਲ ਦੇ ਉੱਤੇ ਜਿਹੜੀ ਆ ਇਹ ਦੇਖਣ ਨੂੰ ਮਿਲ ਰਿਹਾ ਆ। ਹੁਣ ਇੱਕ ਪਾਸੇ ਵੈਸੇ ਹਰਜੋਤ ਸਿੰਘ ਜੀ ਸੋਚਣ ਵਾਲੀ ਗੱਲ ਤਾਂ ਬਣਦੀ ਆ ਵੀ ਜੇ ਉਹ ਕਹਿੰਦੇ ਆ ਵੀ ਕਿਸੇ ਤਰੀਕੇ ਦਾ ਕੁਛ ਗਲਤ ਨਹੀਂ ਕੀਤਾ, ਨਾ ਕਿਸੇ ਵਿਟਨਸ ਨੂੰ ਆਉਣ ਦੇ ਰਹੇ ਆ, ਨਾ ਹੀ ਜਿਹੜੇ ਆ ਕਿਸੇ ਵੀ ਵਾਈਟ ਹਾਊਸ ਦੇ ਜਿਹੜੇ ਏਡ ਆ ਉਹਨਾਂ ਨੇ ਇਹਨਾਂ ਦੇ ਨਾਲ ਗੱਲ ਕਰਨ ਤੋਂ ਜਿਹੜਾ ਉਹਨਾਂ ਨੂੰ ਰੋਕ ਕੇ ਰੱਖਿਆ ਹੋਇਆ ਆ। ਉੱਤੋਂ ਹੁਣ ਜਿਹੜੀ ਇਹ ਨਿਊਯਾਰਕ ਟਾਈਮਸ ਦੇ ਵੱਲੋਂ ਕਥਿਤ ਤੌਰ ਦੇ ਉੱਤੇ ਜਿਹੜੀ ਮੈਨੂਸਕ੍ਰਿਪਟਸ ਇਹਨਾਂ ਨੇ ਹਾਸਲ ਕੀਤੀਆਂ ਅਤੇ ਉਹ ਨਸ਼ਰ ਕੀਤੀਆਂ, ਉਸ ਦੇ ਵਿੱਚ ਉਹਨਾਂ ਨੇ ਕਥਿਤ ਤੌਰ ਦੇ ਉੱਤੇ ਇਹ ਆਖਿਆ ਵੀ ਜੌਨ ਬੋਲਟਨ ਹੁਣ ਇਸ ਤਰੀਕੇ ਦਾ ਜਿਹੜਾ ਲਿਖ ਰਿਹਾ, ਜਿਸ ਕਰਕੇ ਜਿਹੜੇ ਕਾਂਗਰੈਸ਼ਨਲ ਡੈਮੋਕ੍ਰੇਟਸ ਆ ਹੁਣ ਪੂਰਾ ਜ਼ੋਰ ਲਾ ਰਹੇ ਆ ਵੀ ਜਿਹੜਾ ਜੌਨ ਬੋਲਟਨ ਆ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਐਜ਼ ਏ ਵਿਟਨਸ ਇਸ ਦੇ ਵਿੱਚ ਜਿਹੜਾ ਸੱਦਿਆ ਜਾਵੇ। ਜਿਹੜਾ ਮਿਚ ਮਕੌਨਲ ਆ ਸੈਨੇਟ ਮੈਜੋਰਟੀ ਲੀਡਰ ਆ ਉਹਨੇ ਪਹਿਲਾਂ ਹੀ ਕਿਹਾ ਵੀ ਉਹਦਾ ਵਾਈਟ ਹਾਊਸ ਦੇ ਨਾਲ ਮਿਲ ਕੇ ਜਿਹੜਾ ਉਹ ਚੱਲੂਗਾ, ਉਹ ਟਰਾਇਲ ਦੇ ਵਿੱਚ ਉਹਨਾਂ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਮਦਦ ਕਰੂਗਾ। ਵਿਟਨਸ ਉਹਨਾਂ ਨੇ ਕੋਈ ਵੀ ਜਿਹੜਾ ਇਸ ਦੇ ਵਿੱਚ ਉਹ ਰੱਖਣਾ ਨਹੀਂ ਹੈਗਾ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਪਰ ਇਸ ਦੇ ਨਾਲ ਹੁਣ ਦੋਨਾਂ ਹੀ ਪਾਰਟੀਆਂ ਨੂੰ ਹਰਜੋਤ ਸਿੰਘ ਜੀ ਖਤਰਾ ਜ਼ਰੂਰ ਜਿਹੜਾ ਉਹ ਬਣੇਗਾ, ਕਿਉਂਕਿ ਜੇ ਇੱਦਾਂ ਦੀਆਂ ਗੱਲਾਂ ਹੋਰ ਆਉਂਦੀਆਂ ਰਹੀਆਂ ਸਾਹਮਣੇ ਤਾਂ ਬਹੁਤ ਸਾਰਾ ਜਿਹੜਾ ਸਵਿੰਗ ਵੋਟਰ ਹੁੰਦਾ ਆ ਉਹਨਾਂ ਦੇ ਮਨਾਂ ਦੇ ਵਿੱਚ ਜ਼ਰੂਰ ਇੱਕ ਖਦਸ਼ਾ, ਇੱਕ ਜਿਹੜਾ ਕਹਿ ਲਓ ਵੀ ਸ਼ੱਕ ਜਿਹੜਾ ਪੈਦਾ ਹੁੰਦਾ ਵੀ ਕੀ ਵਾਕਿਆ ਹੀ ਰਾਸ਼ਟਰਪਤੀ ਟਰੰਪ ਨੇ ਕਿਤੇ ਇੱਦਾਂ ਹੀ ਤਾਂ ਨਹੀਂ ਕੀਤਾ ਸੀਗਾ ਜਿਸ ਨੂੰ ਲੁਕਾਉਣ ਦੇ ਲਈ ਨਾ ਕਿਸੇ ਵਿਟਨਸ ਨੂੰ ਆਉਣ ਦੇ ਰਹੇ ਆ, ਨਾ ਕਿਸੇ ਉਸ ਤਰੀਕੇ ਨਾਲ ਆਉਣ ਦੇ ਰਹੇ ਆ, ਅਤੇ ਜਾਂ ਫਿਰ ਜੇ ਇਸ ਹਿਸਾਬ ਦੇ ਨਾਲ ਸੋਚਣਗੇ ਵੀ ਇਹ ਤਾਂ ਰਾਸ਼ਟਰਪਤੀ ਟਰੰਪ ਨੂੰ ਜਾਣ ਬੁੱਝ ਕੇ ਫਸਾਉਣ ਦੇ ਚੱਕਰ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਆ ਉਹ ਇਸ ਪੂਰੀ ਇੰਪੀਚਮੈਂਟ ਨੂੰ ਲੈ ਕੇ ਜਿਹੜੇ ਉਹ ਲਈ ਬੈਠੇ ਨੇ। ਸੋ ਕਾਫੀ ਜਿਹੜਾ ਇਸ ਟਾਈਮ ਬੈਲੈਂਸ ਆ ਉਹ ਇੱਕ ਪਾਸੇ ਨੂੰ ਜਿਹੜਾ ਝੁਕ ਸਕਦਾ 2020 ਦੀਆਂ ਨਵੰਬਰ ਦੀਆਂ ਇਲੈਕਸ਼ਨਸ ਆ ਉਸ ਦੇ ਆਉਣ ਤੋਂ ਜਿਹੜਾ ਜੀ ਉਹ ਪਹਿਲਾਂ। ਸੋ ਇਹ ਜਿਹੜਾ ਇੰਪੀਚਮੈਂਟ ਦਾ ਟਰਾਇਲ ਆ ਹੁਣ ਵੈਸੇ ਤਾਂ ਇਸ ਦੇ ਵਿੱਚ ਸ਼ਾਇਦ ਜ਼ਿਆਦਾ ਦਿਨ ਜਿਹੜੇ ਉਹ ਨਾ ਰਹਿ ਜਾਣ, ਕਿਉਂਕਿ ਜਿਹੜੇ ਰਾਸ਼ਟਰਪਤੀ ਟਰੰਪ ਦਾ ਜਿਹੜਾ ਲੀਗਲ ਕੌਂਸਲ ਹੈਗਾ ਆ ਉਹ ਅੱਜ ਫਿਰ ਸੈਨੇਟ ਦੇ ਵਿੱਚ ਆਪਣਾ ਜਿਹੜਾ ਪੱਖ ਆ ਉਹ ਰੱਖੇਗਾ। ਉਹਨਾਂ ਨੂੰ ਵੀ ਕੁੱਲ ਜਿਹੜੇ 24 ਘੰਟੇ ਜਿਹੜੇ ਉਹ ਮਿਲਣੇ ਨੇ ਆਪਣੇ ਜਿਹੜਾ ਪੱਖ ਉਹ ਰੱਖਣ ਦੇ ਲਈ। ਸੋ ਲੈਟਸ ਸੀ
ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ। ਰਾਸ਼ਟਰਪਤੀ ਟਰੰਪ ਨੇ ਆਪਣਾ ਜਿਹੜਾ ਗੁੱਸਾ ਜ਼ਰੂਰ ਐਡਮ ਸ਼ਿਫ ਅਤੇ ਹੋਰ ਬਾਕੀ ਸਾਰਿਆਂ ਨੂੰ ਵੱਖ-ਵੱਖ ਜਿਹੜੇ ਉਹ ਨਾਮ ਪੁੱਠੇ ਸਿੱਧੇ ਲੈ ਕੇ ਜਿਹੜੇ ਬੁਲਾ ਕੇ ਜਿਹੜਾ ਉਹ ਦੱਸਿਆ ਹੀ ਸੀਗਾ। ਉਹ ਕਹਿ ਕੇ ਉਹਨਾਂ ਨੇ ਆਪਣਾ ਗੁੱਸਾ ਉਹਨਾਂ ਦੇ ਉੱਤੇ ਜਿਹੜਾ ਉਹ ਝਾੜਿਆ ਸੀਗਾ। ਸੋ ਦੇਖਦੇ ਹਾਂ ਵੀ ਅੱਜ ਜਿਹੜੇ ਉਹਨਾਂ ਦਾ ਕੌਂਸਲ ਆ ਉਹ ਕੀ ਗੱਲਾਂ ਜਿਹੜੀਆਂ ਉਹਨਾਂ ਦੇ ਹੱਕ ਦੇ ਵਿੱਚ ਰੱਖਦੇ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਮਿਡਲ ਈਸਟ ਦੀ ਪੀਸ ਪਲਾਨ ਨੂੰ ਲੈ ਕੇ ਹੈਗੇ ਆ ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਯਾਹੂ ਅਤੇ ਉਹਨਾਂ ਦੇ ਜਿਹੜੇ ਪੋਲੀਟੀਕਲ ਓਪੋਨੈਂਟ ਹੈਗੇ ਬੈਨੀ ਗੈਂਟਸ ਦੋਨਾਂ ਨੂੰ ਜਿਹੜਾ ਵਾਸ਼ਿੰਗਟਨ ਦੇ ਵਿੱਚ ਬੁਲਾਇਆ ਹੈਗਾ। ਇਜ਼ਰਾਈਲ ਪਾਲਸਤੀਨੀਅਨ ਜਿਹੜੀ ਪੀਸ ਪਲਾਨ ਆ ਇਹਦੇ ਸੰਬੰਧ ਦੇ ਵਿੱਚ ਜਿਹੜੇ ਪਾਲਸਤੀਨੀਅਨ ਆ ਉਹ ਕਾਫੀ ਔਖੇ ਹੈਗੇ ਆ ਅਤੇ ਦੂਸਰੇ ਪਾਸੇ ਇਜ਼ਰਾਈਲ ਦੇ ਵਿੱਚ ਵੀ ਸਸਪੀਸ਼ਨ ਹੈਗੀ ਆ। ਕਹਿੰਦੇ ਵੀ ਇੱਕ ਪਾਸੇ ਤਾਂ ਬੈਂਜਾਮਿਨ ਨੈਤਨਯਾਹੂ ਦੇ ਉੱਤੇ ਕਰਪਸ਼ਨ ਦੇ ਚਾਰਜਸ ਚੱਲ ਰਹੇ ਹੈਗੇ ਆ, ਦੂਸਰੇ ਪਾਸੇ ਉਹਨੂੰ ਇਸ ਡੀਲ ਦੇ ਲਈ ਜਿਹੜਾ ਬੁਲਾਇਆ ਗਿਆ ਹੈਗਾ। ਅਤੇ ਇੱਧਰ USA ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਕੋਮੈਂਟੇਟਰ ਆ ਉਹ ਇਹ ਸੋਚ ਰਹੇ ਆ ਵੀ ਇੱਕ ਪਾਸੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਇੰਪੀਚਮੈਂਟ ਚੱਲ ਰਹੀ ਆ ਅਤੇ ਦੂਸਰੇ ਪਾਸੇ ਇਹ ਜਿਹੜੀ ਪੀਸ ਪਲਾਨ ਦੀ ਗੱਲ ਜਿਹੜੀ ਹੈ ਇੱਕ ਤਰ੍ਹਾਂ ਨਾਲ ਡਾਇਵਰਟ ਕਰਨ ਦਾ ਅਟੈਂਸ਼ਨ ਲੋਕਾਂ ਦਾ ਹੈਗਾ ਆ। ਸੋ ਪਰ ਬਹੁਤ ਲੰਮਾ ਸਮਾਂ ਹੋ ਗਿਆ ਮਿਡਲ ਈਸਟ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਮਰਮਰਈਆ ਚੱਲ ਰਿਹਾ ਅਤੇ ਹਜੇ ਤੱਕ ਜਿਹੜੀ ਆ ਉਹਨਾਂ ਦੀ ਕਿਸੇ ਤਰ੍ਹਾਂ ਦੀ ਉੱਤੇ ਜਿਹੜੀ ਪੀਸ ਐਗਰੀਮੈਂਟ ਆ ਉਹ ਨਹੀਂ ਹੋਇਆ। ਜੀ, ਆਉਣ ਵਾਲੇ ਸਮੇਂ ਦੇ ਵਿੱਚ ਅਸਾਰ ਵੀ ਜਿਹੜੇ ਅਜੇ ਹਾਲ ਦੀ ਘੜੀ ਤਾਂ ਉਹ ਘੱਟ ਹੀ ਲੱਗਦੇ ਨੇ। ਰਾਸ਼ਟਰਪਤੀ ਟਰੰਪ ਦੇ ਜਵਾਈ ਨੂੰ ਉਹਨਾਂ ਨੇ ਆਪਣੇ ਨੂੰ ਦਿੱਤਾ ਸੀਗਾ ਵੀ ਬਾਈ ਤੂੰ ਬਣਾ ਉੱਥੇ ਦਾ। ਉਹਨੇ ਡਾਲਰਾਂ ਦੇ ਹਿਸਾਬ ਦੇ ਨਾਲ ਜਿਹੜੀ ਇਹ ਗੱਲ ਕਰ ਰਹੇ, ਪਰ ਮੈਨੂੰ ਲੱਗਦਾ ਨਹੀਂ ਵੀ ਪੈਸੇ ਦੇ ਹਿਸਾਬ ਦੇ ਨਾਲ ਜਿਹੜਾ ਇਹਨਾਂ ਮੁਲਕਾਂ ਦਾ 2 ਸਟੇਟ ਦਾ ਜਿਹੜਾ ਪਲਾਨ ਆ ਉਹ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਨੇਪਰੇ ਚੜੂਗਾ, ਕਿਉਂਕਿ ਕੋਈ ਵੀ ਆਪਣੀ ਜਗ੍ਹਾ ਨੂੰ ਜਿਹੜਾ ਉਹ ਛੱਡ ਕੇ 1 ਇੰਚ ਵੀ ਉਹ ਰਾਜ਼ੀ ਨਹੀਂ ਹੈਗਾ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਸ ਦੇ ਵਿੱਚ ਬਣਦਾ ਆ। ਸੋ ਨੈਤਨਯਾਹੂ ਨੂੰ ਬੂਸਟ ਜਿਹੜਾ ਹਰਜੋਤ ਸਿੰਘ ਜੀ ਆਉਣ ਵਾਲੀਆਂ ਇਲੈਕਸ਼ਨ 'ਚ ਜ਼ਰੂਰ ਮਿਲ ਸਕਦਾ ਆ ਵੀ ਜਿਸ ਵੀ ਤਰੀਕੇ ਦਾ ਕੋਈ ਵੀ ਐਲਾਨ ਜਿਹੜਾ ਇੱਥੇ ਹੁੰਦਾ ਆ। ਰਾਸ਼ਟਰਪਤੀ ਟਰੰਪ ਉਮੀਦ ਤਾਂ ਇਹੀ ਆ ਵੀ ਇਜ਼ਰਾਈਲ ਦੇ ਜਿਹੜੇ ਆ ਉਹ ਹੱਕ ਦੀ ਹੀ ਜਿਹੜੀ ਉਹ ਗੱਲ ਉਸ ਦੇ ਵਿੱਚ ਜਿਹੜੀ ਉੱਥੇ ਜ਼ਿਆਦਾ ਹੋਊਗੀ ਅਤੇ ਉਹ ਨੈਤਨਯਾਹੂ ਫਿਰ ਉੱਥੇ ਜਾ ਕੇ ਆਪਣੀਆਂ ਇਲੈਕਸ਼ਨਸ ਤੋਂ ਪਹਿਲਾਂ ਇਹ ਕਹਿ ਸਕਦਾ ਆ ਵੀ ਭਾਈ ਜੇ ਅਮਰੀਕਾ ਦਾ ਵਧੀਆ ਸਾਥ ਅਤੇ ਆਪਾਂ ਨੂੰ ਪੂਰਾ ਧੜੱਲੇਦਾਰ ਸਾਥ ਚਾਹੀਦਾ ਆ ਅਤੇ ਫਿਰ ਮੈਨੂੰ ਹੀ ਤੁਹਾਨੂੰ ਜਿਹੜਾ ਉਹ ਨੇਤਾ ਬਣਾ ਕੇ ਉੱਥੇ ਗਾਂਹ ਭੇਜਣਾ ਪੈਣਾ ਆ, ਤਾਂ ਹੀ ਜਿਹੜੀ ਉਹ ਗੱਲ ਸੂਤ ਉਹ ਲੱਗ ਸਕਦੀ ਹੈਗੀ ਆ। ਅਗਲੀ ਖਬਰ ਜਿਹੜੀ ਕਰੋਨਾ ਵਾਇਰਸ ਨੂੰ ਲੈ ਕੇ ਆ, ਹੁਣ ਅਮਰੀਕਾ ਦੇ ਵਿੱਚ ਵੀ 5 ਕੇਸ ਜਿਹੜੇ ਆ ਉਹ ਡਾਇਗਨੋਸ ਹੋ ਚੁੱਕੇ ਆ ਕਰੋਨਾ ਵਾਇਰਸ ਦੇ ਨਾਲ। ਜਿਹੜੇ ਲੋਕਾਂ ਨੇ ਵੁਹਾਨ ਪ੍ਰੋਵਿੰਸ ਜਿਹੜਾ ਹੈਗਾ ਆ ਚਾਈਨਾ ਦਾ ਉੱਥੇ ਵਿਜ਼ਿਟ ਕੀਤਾ ਪਿਛਲੇ ਸਮੇਂ 'ਚ ਉਹਨਾਂ ਦੇ ਵਾਇਰਸ ਹੋਣ ਦੇ ਨਿਸ਼ਾਨੀਆਂ ਆ ਰਹੀਆਂ ਹੈਗੀਆਂ। 5ਵਾਂ ਬੰਦਾ USA ਦੇ ਵਿੱਚ ਹੁਣ ਐਰੀਜ਼ੋਨਾ ਸਟੇਟ ਯੂਨੀਵਰਸਿਟੀ ਦੀ ਜਿਹੜੀ ਕਮਿਊਨਿਟੀ ਆ ਉੱਥੇ ਡਾਇਗਨੋਸ ਹੋਇਆ ਹੈਗਾ, ਪਰ ਉਹ ਕਹਿੰਦੇ ਯੂਨੀਵਰਸਿਟੀ ਦੇ ਵਿੱਚ ਤਾਂ ਨਹੀਂ ਰਹਿੰਦਾ, ਪਰ ਪਿਛਲੇ ਦਿਨਾਂ ਦੇ ਵਿੱਚ ਉਹ ਚਾਈਨਾ ਜਿਹੜਾ ਵੁਹਾਨ ਰੀਜਨ ਆ ਉੱਥੋਂ ਜਾ ਕੇ ਆਇਆ ਸੀ। 2 ਲੋਕ ਕੈਲੀਫੋਰਨੀਆ ਦੇ ਵਿੱਚ ਅਤੇ 1 ਜਣਾ ਜਿਹੜਾ ਆ ਵਾਸ਼ਿੰਗਟਨ ਸਟੇਟ ਦੇ ਵਿੱਚ ਅਤੇ 1 60 ਸਾਲਾਂ ਦੀ ਲੇਡੀ ਜਿਹੜੀ ਬੀਬੀ ਆ ਉਹ ਸ਼ਿਕਾਗੋ ਦੇ ਵਿੱਚ ਜਿਹੜੀ ਕਰੋਨਾ ਵਾਇਰਸ ਦੇ ਨਾਲ ਕਨਫਰਮ ਹੋਈ ਹੈਗੀ ਆ। ਅਤੇ ਜਿਹੜੇ ਔਰੇਂਜ ਕਾਊਂਟੀ ਕੈਲੀਫੋਰਨੀਆ ਦੇ ਆਫੀਸ਼ੀਅਲ ਆ ਉਹ ਕਹਿੰਦੇ ਵੀ ਇਹ ਕੋਈ ਇੱਦਾਂ ਦੀ ਤਾਂ ਨਹੀਂ ਹੈ ਵੀ ਪਰਸਨ ਟੂ ਪਰਸਨ ਟਰਾਂਸਮਿਸ਼ਨ ਹੁੰਦਾ ਆ, ਪਰ ਸਾਰਿਆਂ ਨੂੰ ਜਿਹੜਾ ਆ ਇਹ ਬਹੁਤ ਕੇਅਰਫੁਲ ਰਹਿਣਾ ਚਾਹੀਦਾ ਹੈਗਾ। ਜੀ ਬਿਲਕੁਲ, ਇਹ ਆਈ ਥਿੰਕ ਜਿਹੜੇ ਮੈਮਲਸ ਦੇ ਵਿੱਚ ਜਿਹੜੇ ਆ ਜੀਂਦੇ ਮੈਮਲਸ ਆ ਉਹਨਾਂ ਦੇ ਵਿੱਚ ਇਹ ਵਾਇਰਸ ਪਾਇਆ ਜਾਂਦਾ ਅਤੇ ਉਹਨਾਂ ਦਾ ਜਿਹੜਾ ਮੀਟ ਆ ਜੀਂਦਿਆਂ ਦਾ ਜਿਹੜਾ ਉਹ ਖਾਣ ਦੇ ਕਰਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦੀ ਇੰਟਰੈਕਸ਼ਨ ਦੇ ਨਾਲ ਜਿਹੜਾ ਇਹ ਵਾਇਰਸ ਉਹ ਫੈਲਦਾ ਆ। ਸੋ ਇਸ ਟਾਈਮ ਹਰਜੋਤ ਸਿੰਘ ਜੀ ਕਰੋਨਾ ਵਾਇਰਸ ਦੇ ਨਾਲ ਮੌਤਾਂ ਦੀ ਗਿਣਤੀ ਵੱਧ ਕੇ 81 ਤੱਕ ਜਿਹੜੀ ਉਹ ਹੋ ਚੁੱਕੀ ਆ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਚਾਈਨਾ ਨੂੰ ਜਿਹੜਾ ਉਹ ਕਿਹਾ ਆ ਵੀ ਜੇ ਤੁਹਾਨੂੰ ਕਿਸੇ ਵੀ ਤਰੀਕੇ ਦੀ ਕਿਸੇ ਵੀ ਚੀਜ਼ ਦੀ ਜਿਹੜੀ ਮਦਦ ਦੀ ਜਿਹੜੀ ਜ਼ਰੂਰਤ ਆ ਅਤੇ ਅਸੀਂ ਤੁਹਾਨੂੰ ਜਿਹੜੀ ਉਹ ਦੇਣ ਦੇ ਲਈ ਰਾਜੀ ਹੈਗੇ ਹਾਂ ਵੀ। ਅਤੇ ਵੀਕਐਂਡ ਦੇ ਉੱਤੇ ਖਬਰ ਉੱਥੇ ਆ ਰਹੀ ਸੀ ਵੀ 6 ਦਿਨਾਂ ਦੇ ਵਿੱਚ 1000 ਬੈੱਡ ਦਾ ਜਿਹੜਾ ਇੱਕ ਹਸਪਤਾਲ ਆ ਉਹ ਬਣਾਉਣ ਦੀਆਂ ਜਿਹੜੀਆਂ ਤਿਆਰੀਆਂ ਦੇ ਵਿੱਚ ਜਿਹੜਾ ਉਹ ਚਾਈਨਾ ਹੈਗਾ ਆ, ਤਾਂ ਜੋ ਉੱਥੋਂ ਦੇ ਜਿਹੜੇ ਮਰੀਜ਼ਾਂ ਨੂੰ ਕਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਜਿਹੜਾ ਉਹ ਕੀਤਾ ਜਾ ਸਕੇ। ਸੋ ਇੱਕ ਪਾਸੇ ਚਾਈਨਾ ਦੇ ਵਿੱਚ ਨਵੇਂ ਸਾਲ ਜਿਹੜਾ ਆ ਉਹ ਉੱਥੇ ਮਨਾਇਆ ਜਾ ਰਿਹਾ, ਉੱਥੇ ਦਾ ਜਿਹੜਾ ਨਵਾਂ ਸਾਲ ਸੀਗਾ ਲੂਨਰ ਜਿਹੜਾ ਉਹਨਾਂ ਦਾ ਹੁੰਦਾ ਆ, ਅਤੇ ਦੂਜੇ ਪਾਸੇ ਇਹ ਜਿਹੜੀ ਇੱਕ ਮਹਾਂਮਾਰੀ ਆ ਉਹ ਫੈਲਣ ਦੇ ਵੱਲ ਨੂੰ ਜਿਹੜੀ ਆ ਉਹ ਵਧੀ ਹੋਈ ਆ। ਹੋਰ ਵੀ ਕਈ ਮੁਲਕਾਂ ਦੇ ਵਿੱਚ ਜਿਹੜੇ ਕਰੋਨਾ ਵਾਇਰਸ ਦੇ ਜਿਹੜੇ ਮਰੀਜ਼ ਆ ਉਹ ਇਸ ਟਾਈਮ ਲੱਭੇ ਗਏ ਨੇ ਅਤੇ ਇਹ ਬਿਮਾਰੀ ਜਿਹੜੀ ਉਹ ਫੈਲ ਰਹੀ ਆ। ਇੱਕ ਉੱਥੋਂ ਦੀਆਂ ਜਿਹੜੀਆਂ ਹਰਜੋਤ ਸਿੰਘ ਜੀ ਕਈ ਲੋਕ ਛਿਪ ਕੇ ਉੱਥੋਂ ਦੀਆਂ ਕਈ ਨਰਸਾਂ ਨੇ ਤਾਂ ਉੱਥੋਂ ਦੀਆਂ ਵੀਡੀਓਜ਼ ਜਿਹੜੀਆਂ ਆ ਰਹੀਆਂ ਆ
ਕਹਿੰਦੇ ਵੀ ਚਾਈਨਾ ਵਾਲੇ ਕਾਫੀ ਇਸ ਟਾਈਮ ਵੱਡੇ ਪੈਮਾਨੇ ਦੇ ਉੱਤੇ ਝੂਠ ਬੋਲ ਰਹੇ ਆ। ਜਿੰਨੇ ਲੋਕ ਕਹਿ ਰਹੇ ਆ ਵੀ 1000 ਜਿਹੜੇ ਕੇਸ ਹੈਗੇ, ਕਹਿੰਦੇ ਉਸ ਤੋਂ ਕਈ ਗੁਣਾ ਜ਼ਿਆਦਾ ਜਿਹੜੇ ਕੇਸ ਇਸ ਟਾਈਮ ਉੱਥੇ ਜਿਹੜੇ ਆ ਉਹ ਫੈਲੇ ਹੋਏ ਨੇ। ਸੋ ਇਹ ਵੀ ਇੱਕ ਚਿੰਤਾ ਦਾ ਜਿਹੜਾ ਆ ਉਹ ਵਿਸ਼ਾ ਹੈਗਾ ਆ। ਲੱਖਾਂ ਹੀ ਜਿਹੜੇ ਲੋਕਾਂ ਨੂੰ ਹਰਜੋਤ ਸਿੰਘ ਜੀ ਇਸ ਟਾਈਮ ਉਹਨਾਂ ਨੇ ਪੂਰੀ ਤਰੀਕੇ ਦੇ ਨਾਲ ਬਾਕੀ ਦੁਨੀਆ ਦੇ ਨਾਲੋਂ ਅਲੱਗ ਥਲੱਗ ਕਰਕੇ ਜਿਹੜਾ ਉਹ ਰੱਖਿਆ ਹੋਇਆ ਉਸ ਵੂਹਾਨ ਦੇ ਜਿਹੜੇ ਇਲਾਕੇ ਨੂੰ, ਤਾਂ ਜੋ ਇਹ ਜਿਹੜਾ ਹੋਰ ਪਾਸੇ ਫੈਲੇ ਨਾ। ਪਰ ਕਿਉਂਕਿ ਵਿਸ਼ਵ ਜਿਹੜਾ ਇੱਕ ਗਲੋਬਲ ਪਿੰਡ ਜਿਹੜਾ ਉਹ ਬਣਦਾ ਜਾ ਰਿਹਾ, ਜਿਸ ਕਰਕੇ ਲੋਕਾਂ ਦਾ ਆਉਣਾ ਜਾਣਾ ਉਸ ਪਾਸੇ ਵਧਿਆ ਆ, ਹਰ ਇੱਕ ਪਾਸੇ ਜਿਹੜਾ ਉਹ ਵਧਿਆ, ਜਿਸ ਕਰਕੇ ਇਸ ਵਾਇਰਸ ਦੇ ਫੈਲਣ ਦਾ ਖਤਰਾ ਹੋਰ ਵੀ ਜ਼ਿਆਦਾ ਆ। ਸੋ ਜਿੱਦਾਂ ਆਪਾਂ ਪਹਿਲਾਂ ਵੀ ਹਰਜੋਤ ਸਿੰਘ ਜੀ ਕਹਿ ਰਹੇ ਹਾਂ ਅਤੇ ਹੁਣ ਵੀ ਆਪਾਂ ਸਾਰਿਆਂ ਨੂੰ ਫਿਰ ਕਹਿੰਦੇ ਆ ਵੀ ਜਿਨ੍ਹਾਂ ਦੀਆਂ ਜੇ ਕਨੈਕਟਿੰਗ ਫਲਾਈਟਸ ਭਾਈ ਚਾਈਨਾ ਦੇ ਵਿੱਚੋਂ ਦੀ ਹੈਗੀਆਂ ਆ, ਜ਼ਰੂਰ ਅਹਤਿਆਤ ਸਤਰਕਤਾ ਜਿੰਨਾ ਜਿਹੜਾ ਸਾਫ਼ ਸਫਾਈ ਦਾ ਧਿਆਨ ਰੱਖ ਸਕਦੇ ਆ ਉਸ ਹਿਸਾਬ ਦੇ ਨਾਲ ਜਿਹੜਾ ਉਹ ਤੁਸੀਂ ਰੱਖੋ। ਇਹ ਨਾ ਹੋਵੇ ਵੀ ਬਾਅਦ ਦੇ ਵਿੱਚ ਕੋਈ ਹੋਰ ਹੀ ਸਮੱਸਿਆ ਜਿਹੜੀ ਆ ਉਹ ਸਾਹਮਣਾ ਕਰਨਾ ਪੈ ਜਾਵੇ। ਸੋ ਇਸੇ ਤਰ੍ਹਾਂ ਟੋਰਾਂਟੋ ਕੈਨੇਡਾ ਦੇ ਵਿੱਚ ਵੀ ਇੱਕ ਕੇਸ ਜਿਹੜਾ ਆ ਉਹ ਕਰੋਨਾ ਵਾਇਰਸ ਦਾ ਲੱਭਿਆ ਗਿਆ ਆ। ਹਾਂਗਕਾਂਗ ਦੀ ਸਰਕਾਰ ਨੇ ਫਰਵਰੀ 17 ਤੱਕ ਸਾਰੇ ਸਕੂਲਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ, ਉਹਨਾਂ ਨੂੰ ਬੰਦ ਕਰ ਦਿੱਤਾ ਹੈ। ਹਾਂਗਕਾਂਗ ਤੋਂ ਜਿਹੜੀ ਮੇਨਲੈਂਡ ਚਾਈਨਾ ਨੂੰ ਜਿੰਨੀਆਂ ਉਹਨਾਂ ਦੀਆਂ ਟ੍ਰੇਨਸ ਜਾਂਦੀਆਂ ਉਹ ਵੀ ਉਹਨਾਂ ਨੇ ਸਰਵਿਸਿਜ਼ ਜਿਹੜੀਆਂ ਆ ਉਹ ਬੰਦ ਕਰਤੀਆਂ। ਨਵਾਂ ਸਾਲ ਜਿਹੜਾ ਮਨਾਉਣਾ ਆ ਸੀਗਾ ਉਹਨਾਂ ਦਾ ਹੋਇਆ ਕੱਲ੍ਹ, ਉਹ ਵੀ ਉਹਨੇ ਬੰਦ ਕਰ ਦਿੱਤਾ। ਅਤੇ ਇਹ ਬਹੁਤ ਜ਼ਿਆਦਾ ਜਿਹੜਾ ਆ ਇੱਕ ਤਾਂ ਮੈਂ ਰਿਪੋਰਟ ਪੜ੍ਹ ਰਿਹਾ ਸੀ ਰਾਜਕਨਵੀਰ ਸਿੰਘ ਜੀ, ਆਪਾਂ ਸੁਣ ਵੀ ਰਹੇ ਸੀ ਵੀ ਇਹ ਵਰਲਡ ਐਪੀਡੈਮਿਕ ਹੋ ਸਕਦਾ ਆ, ਵੀ ਪੂਰੀ ਦੁਨੀਆ ਦੇ ਵਿੱਚ ਇਹ ਜਿਹੜੀ ਆ ਫੈਲ ਸਕਦੀ ਹੈਗੀ ਆ। ਚਾਈਨਾ ਨੇ ਜਿੰਨੇ ਵੀ ਜਿਹੜੇ ਉਹਨਾਂ ਦੇ ਸਿਟੀਜ਼ਨ ਆ ਜਿਹੜੇ ਓਵਰਸੀਜ਼ ਜਾਣਦੇ ਸਾਰਿਆਂ ਨੂੰ ਉਹਨਾਂ ਨੇ ਜਿਹੜਾ ਆ ਬੈਨ ਕਰ ਦਿੱਤਾ ਬਾਹਰ ਜਾਣ ਤੋਂ, ਜਿੰਨੀਆਂ ਵੀ ਫਲਾਈਟਸ ਹੈਗੀਆਂ ਆ, ਖਾਸ ਕਰਕੇ ਜਿਹੜੇ ਵੁਹਾਨ ਰੀਜਨ ਵਾਲੇ ਹੈਗੇ ਆ ਉੱਥੋਂ। ਸੋ ਇੱਕ ਉੱਧਰ ਤਾਂ ਬਹੁਤ ਹਾਹਾਕਾਰ ਜਿਹੜੀ ਮਚੀ ਹੋਈ ਹੈ ਜਿਸ ਤਰ੍ਹਾਂ ਦੱਸਦੀ ਹਾਂ। ਬਿਲਕੁਲ, ਕਈ ਜਿਹੜੀ ਥਾਵਾਂ ਤੋਂ ਇਹ ਵੀ ਇੱਕ ਹਰਜੋਤ ਸਿੰਘ ਦੀ ਖਬਰ ਆਈ ਸੀ ਵੀ ਚਾਈਨਾ ਦੇ ਵਿੱਚ ਇੱਕ ਡਾਕਟਰ ਜਿਹੜਾ ਇਸ ਦਾ ਇਲਾਜ ਕਰ ਰਿਹਾ ਸੀ ਕਰੋਨਾ ਵਾਇਰਸ ਦਾ, ਉਹ ਖੁਦ ਵੀ ਇਸ ਜਿਹੜਾ ਉਸ ਦੀ ਮੌਤ ਜਿਹੜੀ ਉਹ ਹੋ ਗਈ ਹੈਗੀ ਆ। ਸੋ ਇਸ ਦਾ ਜਿਹੜਾ ਅਸਰ ਹਰਜੋਤ ਸਿੰਘ ਦੀ ਸਟਾਕ ਮਾਰਕੀਟ 'ਤੇ ਵੀ ਕਈ ਥਾਵਾਂ ਦੇ ਉੱਤੇ ਜਿਹੜਾ ਦੇਖਿਆ ਗਿਆ। ਏਸ਼ੀਆ ਦੀਆਂ, ਯੂਰਪਨ ਦੀਆਂ, ਜਾਪਾਨ ਦੀਆਂ ਜਿਹੜੀਆਂ ਸਟਾਕ ਮਾਰਕੀਟ ਆ 2% ਤੱਕ ਜਿਹੜੀਆਂ ਲੁੜ ਗਈਆਂ, ਕਿਉਂਕਿ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਖਤਰਾ ਆ ਉਹ ਬਣਿਆ ਹੈਗਾ। ਸੋ 10 ਮੁਲਕਾਂ ਦੇ ਵਿੱਚ ਇਸ ਟਾਈਮ ਕਨਫਰਮਡ ਕੇਸਿਸ ਜਿਹੜੇ ਆ 13 ਹੋ ਗਏ ਹੁਣ। 13 ਮੁਲਕਾਂ ਦੇ ਵਿੱਚ ਕਨਫਰਮਡ ਕੇਸਿਸ ਜਿਹੜੇ ਇਸ ਟਾਈਮ ਜਿਹੜੇ ਵੂਹਾਨ ਤੋਂ ਉੱਭਰਿਆ ਜਿਹੜਾ ਕਰੋਨਾ ਵਾਇਰਸ ਆ ਉਸ ਤੋਂ ਜਿਹੜੇ ਇਸ ਟਾਈਮ ਫੈਲੇ। ਇਹ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਹਰਜੋਤ ਸਿੰਘ ਜੀ ਪਹਿਲਾ ਕੇਸ ਜਿਹੜਾ ਇਸ ਦਾ ਚਾਈਨਾ ਦੇ ਵਿੱਚ ਜਿਹੜਾ ਆਇਆ ਸੀ, ਜਿਸ ਤੋਂ ਬਾਅਦ ਦੇ ਵਿੱਚ ਇਹ ਲਗਾਤਾਰ ਅਚਨਚੇਤ ਜਾਂ ਪਿਛਲੇ ਹਫ਼ਤੇ ਦੇ ਵਿੱਚ ਇੱਕਦਮ ਜ਼ਿਆਦਾ ਜਿਹੜਾ ਉਹ ਫੈਲ ਗਿਆ ਹੈ। ਸੋ ਬਿਲਕੁਲ ਹੁਣ ਤੱਕ ਆਸਟ੍ਰੇਲੀਆ, ਮਲੇਸ਼ੀਆ, ਨੇਪਾਲ, ਵੀਅਤਨਾਮ, ਸਿੰਗਾਪੁਰ, ਜਾਪਾਨ, ਸਾਊਥ ਕੋਰੀਆ, ਤਾਈਵਾਨ, ਹਾਂਗਕਾਂਗ, ਥਾਈਲੈਂਡ, ਫਰਾਂਸ, ਕੈਨੇਡਾ ਅਤੇ US ਦੇ ਵਿੱਚ ਜਿਹੜੇ ਆ ਇਹ ਕੇਸ ਲੱਭੇ ਗਏ ਆ। ਜੀ ਬਿਲਕੁਲ। ਸੋ ਹਰ ਇੱਕ ਨੂੰ ਬਹੁਤ ਜਿਹੜਾ ਹੈ ਜੀ ਅਹਤਿਆਤ ਰੱਖਣ ਦੀ ਜ਼ਰੂਰਤ ਹੈਗੀ ਆ। ਅਤੇ ਇੱਥੇ ਆਪਾਂ ਹਰਜੋਤ ਸਿੰਘ ਜੀ ਇੱਕ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਜੀ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddaiinsurance.com। ਕਾਲ 9166222822 916-622-2822। ਸਮਾਈਲ ਐਂਡ ਸ਼ਾਈਨ ਡੈਂਟਲ ਪ੍ਰੈਕਟਿਸ ਆਫ ਡਾਕਟਰ ਸਿੱਧੂ, ਜੋ ਹਰ ਤਰ੍ਹਾਂ ਦੇ PPO ਇੰਸ਼ੋਰੈਂਸਿਸ ਅਤੇ ਡੈਂਟੀਕੈਲ ਅਸੈਪਟ ਕਰਦੇ ਨੇ ਤੇ ਡਾਕਟਰ ਸਿੱਧੂ ਪੰਜਾਬੀ, ਹਿੰਦੀ ਦੇ ਵਿੱਚ ਵੀ ਗੱਲ ਕਰਦੇ ਨੇ। ਤਾਂ ਇੱਥੇ ਆਓ ਤੇ ਆਪਣੇ ਲੋਕਲ ਡਾਕਟਰ ਨੂੰ ਸਪੋਰਟ ਕਰੋ। ਵਿਜ਼ਿਟ ਕਰੋ ਸਮਾਈਲ ਐਂਡ ਸ਼ਾਈਨ, 729 ਸਨਰਾਈਜ਼ ਐਵੀਨਿਊ, ਸਵੀਟ 200, ਰੋਜ਼ਵੈਲ। ਕਾਲ 9169537975 ਜਾਂ 9169537975
8476 Smile and Shine। ਬ੍ਰੈਂਪਟਨ ਸ਼ਹਿਰ ਦੇ ਵਿੱਚ ਜਾਣਿਆ ਪਹਿਚਾਨਿਆ ਸੁਜੋਕ ਹੋਮਿਓਪੈਥਿਕ ਕਲੀਨਿਕ, ਜਿਨ੍ਹਾਂ ਨੂੰ ਹੈ ਇਲਾਜ ਕਰਨ ਦੇ ਵਿੱਚ 15 ਸਾਲ ਦਾ ਤਜਰਬਾ, ਜਿੱਥੋਂ ਤੁਸੀਂ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਨਵੀਂ ਅਤੇ ਪੁਰਾਣੀ ਬਿਮਾਰੀ ਦਾ ਇਲਾਜ, ਚਮੜੀ ਦੇ ਰੋਗ, ਬਲੱਡ ਪ੍ਰੈਸ਼ਰ, ਗੋਡਿਆਂ ਮੋਢਿਆਂ 'ਚ ਦਰਦ, ਬੈਕ ਦੀ ਕੋਈ ਵੀ ਪ੍ਰੋਬਲਮ। ਇਹਨਾਂ ਸਾਰੀਆਂ ਬਿਮਾਰੀਆਂ ਦਾ ਕਰਦੇ ਹਨ ਤਸੱਲੀ ਬਖਸ਼ ਇਲਾਜ, ਅਤੇ ਤੁਸੀਂ ਇਹਨਾਂ ਨਾਲ ਬੱਚਿਆਂ ਦੇ ਰੋਗ, ਭੁੱਖ ਨਾ ਲੱਗਣਾ, ਭਾਰ ਘਟਣਾ ਜਾਂ ਫਿਰ ਡਰੱਗ ਐਡਿਕਸ਼ਨ ਬਾਰੇ ਵੀ ਗੱਲ ਕਰ ਸਕਦੇ ਹੋ। ਕੰਸਲਟੇਸ਼ਨ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ। ਗੱਲ ਕਰ ਸਕਦੇ ਹੋ 6478562516 647 856 2516। ਸੁਜੋਕ ਹੋਮਿਓਪੈਥਿਕ ਕਲੀਨਿਕ 145 ਕਲੀਅਰੈਂਸ ਸਟਰੀਟ, ਯੂਨਿਟ ਨੰਬਰ 26, ਬ੍ਰੈਂਪਟਨ। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ, ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ, ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਕੀ ਗੱਲ ਸਿੰਮੀ, ਬੜੀ ਨਿਖਰੀ ਫਿਰਦੀ ਆ, ਤੇਰਾ ਚਿਹਰਾ ਤਾਂ ਸ਼ਾਈਨ ਕਰੀ ਜਾਂਦਾ। ਰਾਣੋ ਇਹ ਕਮਾਲਾ A ਸਟਾਰ ਥ੍ਰੈਡਿੰਗ ਵਾਲਿਆਂ ਦਾ। A ਸਟਾਰ ਥ੍ਰੈਡਿੰਗ 4400 ਐਲਵੇਟਾ ਰੋਡ, ਸਵੀਟ ਨੰਬਰ 170 ਐਂਟਲੋਪ। ਇੱਥੇ ਤੁਸੀਂ ਕਰਵਾ ਸਕਦੇ ਹੋ ਪਰਮਾਨੈਂਟ ਮੇਕਅਪ, ਮਾਈਕਰੋਬਲੇਡਿੰਗ, ਪਰਮਾਨੈਂਟ ਆਈਲਾਈਨਰ, ਡਾਰਕ ਸਪੌਟ, ਪਿਗਮੈਂਟੇਸ਼ਨ ਅਤੇ ਛਾਈਆਂ ਵਾਸਤੇ ਮਾਈਕਰੋ ਨੀਡਲਿੰਗ ਵੀ ਕਰਵਾ ਸਕਦੇ ਹੋ। ਵਿਆਹ ਸ਼ਾਦੀਆਂ, ਪਾਰਟੀਆਂ ਵਾਸਤੇ ਮੇਕਅਪ ਅਤੇ ਹਰ ਇੱਕ ਤਰ੍ਹਾਂ ਦਾ ਹੇਅਰ ਸਟਾਈਲ, ਲੈਸ਼ ਐਕਸਟੈਂਸ਼ਨ, ਲੈਸ਼ ਲਿਫਟਿੰਗ, ਲੈਸ਼ ਟਿੰਟਿੰਗ ਅਤੇ ਆਈਬ੍ਰੋ ਟਿੰਟਿੰਗ ਤੇ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਫੇਸ਼ੀਅਲ ਅਤੇ ਥ੍ਰੈਡਿੰਗ ਵੀ ਕਰਵਾ ਸਕਦੇ ਹੋ। ਵਿਆਹ ਸ਼ਾਦੀ ਵਾਸਤੇ ਸੂਟ, ਲਹਿੰਗੇ ਵੀ ਤਿਆਰ ਕਰਵਾ ਕੇ ਦਿੰਦੇ ਹਨ। ਇਹ ਖੁੱਲੇ ਰਹਿੰਦੇ ਹਨ ਮੰਡੇ ਟੂ ਸੈਟਰਡੇ ਸਵੇਰੇ 10 ਵਜੇ ਤੋਂ ਸ਼ਾਮੀ 6 ਵਜੇ ਤੱਕ, ਅਤੇ ਸੰਡੇ ਓਨਲੀ ਅਪਾਇੰਟਮੈਂਟਸ। ਇਹਨਾਂ ਨੂੰ ਤੁਸੀਂ ਇੰਸਟਾਗ੍ਰਾਮ ਅਤੇ ਫੇਸਬੁੱਕ ਤੇ ਵੀ ਫੋਲੋ ਕਰ ਸਕਦੇ ਹੋ, ਜਾਂ ਫਿਰ ਇਹਨਾਂ ਦੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ astarthreading.com ਤੇ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167210506 916 721 0506। ਪੰਜਾਬੀ ਰੇਡੀਓ USA ਦੀ ਇਸ ਐਡ ਦਾ ਹਵਾਲਾ ਦੇਣ ਤੇ 10% ਦਾ ਡਿਸਕਾਊਂਟ ਲੈ ਸਕਦੇ ਹੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੇ ਕਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ। ਮੈਂ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤੇ ਕਹਿੰਦੇ USCIS ਦੇ ਖਿਲਾਫ ਜਿਹੜੀਆਂ ਟੈਕ ਕੰਪਨੀਜ਼ ਆ ਉਹਨਾਂ ਨੇ ਮਿਲ ਕੇ ਇੱਕ ਲਾਸੂਟ ਜਿਹੜਾ ਹੁਣ ਫਾਈਲ ਕੀਤਾ ਹੈ 350 ਮਿਲੀਅਨ ਜਿਹੜਾ ਡਾਲਰ ਦਾ, ਜਿਹੜੀਆਂ H1B ਦੀਆਂ ਫੀਸਾਂ, ਵੀਜ਼ੇ ਦੀਆਂ ਫੀਸਾਂ ਜਿਹੜੀਆਂ ਆ ਉਸ ਨੂੰ ਲੈ ਕੇ ਉਹਨਾਂ ਨੇ ਜਿਹੜਾ ਇਹ ਹੁਣ ਇਹ ਨਵਾਂ ਜਿਹੜਾ ਲਾਸੂਟ ਆ ਇਹਨਾਂ ਦੇ ਖਿਲਾਫ ਫਾਈਲ ਕੀਤਾ ਹੈ। ਕਹਿੰਦੇ ਵੀ ਜੇ ਇਸ ਦੇ ਵਿੱਚ ਇਹ ਜਿੱਤ ਪ੍ਰਾਪਤ ਹੁੰਦੀ ਆ ਤਾਂ ਇਹਨਾਂ ਨੂੰ 350 ਮਿਲੀਅਨ ਡਾਲਰ ਜਿਹੜੇ ਆ ਉਹ ਮਿਲਣਗੇ। ਕਹਿੰਦੇ ਵੀ ਜਿਹੜਾ ਸਾਨੂੰ ਕਾਫੀ ਜ਼ਿਆਦਾ ਜਿਹੜਾ ਆ ਉਹ ਪਹਿਲਾਂ ਦੇ ਨਾਲੋਂ ਜਿਹੜਾ ਉਹ ਦੇਣਾ ਪਿਆ ਹੈਗਾ ਆ।
ਤੇ ਕਹਿੰਦੇ ਪਿਛਲੇ 6 ਸਾਲਾਂ ਨੂੰ ਲੈ ਕੇ ਜਿਹੜਾ ਇਹਨਾਂ ਨੇ USCIS ਦੇ ਖਿਲਾਫ ਕੰਪਲੇਂਟ ਜਿਹੜੀ ਉਹ ਫਾਈਲ ਕੀਤੀ ਹੈ। ਕੱਲ੍ਹ ਹੀ ਕਹਿੰਦੇ US ਡਿਸਟ੍ਰਿਕਟ ਕੋਰਟ ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ ਉਹਨਾਂ ਦੇ ਦੁਆਰਾ ਕੰਪਲੇਂਟ ਆ ਉਹ ਫਾਈਲ ਕੀਤੀ ਹੈ। ਬੇਸਿਕਲੀ ਇਹ ਰੀਫੰਡ ਦੀ ਜਿਹੜੀ ਉਹ ਮੰਗ ਕਰ ਰਹੇ ਹੈਗੇ ਨੇ ਇਹ ਸਾਰੀਆਂ ਜਿਹੜੀਆਂ ਆ ਟੈਕ ਕੰਪਨੀਜ਼ USCIS ਤੋਂ। ਆਪਾਂ ਲਗਾਤਾਰ ਦੇਖ ਰਹੇ ਹਾਂ ਵੀ ਇਹ ਖਬਰਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਅਪਟਿਕ ਹੋਈ ਆ, ਵਾਧਾ ਜਿਹੜਾ ਦੇਖਿਆ ਗਿਆ ਆ ਵੀ ਜਿਹੜੀਆਂ H1B ਵੀਜ਼ਾ ਜਿਸ ਦੇ ਲਈ ਅਪਲਾਈ ਕਰਦੇ ਨੇ ਉਹਨਾਂ ਨੂੰ ਬਹੁਤ ਸਾਰਿਆਂ ਨੂੰ ਰਿਜੈਕਸ਼ਨ ਜਾਂ ਰਿਕੁਐਸਟ ਫਾਰ ਐਵੀਡੈਂਸ ਜਾਂ ਲੰਮਾ ਸਮਾਂ ਜਿਹੜਾ ਆ ਉਸ ਦੇ ਵਿੱਚ ਉਹ ਲੱਗ ਰਿਹਾ ਆ। ਸੋ ਇਸ ਦੇ ਤਹਿਤ ਹੀ ਸ਼ਾਇਦ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇਹਨਾਂ ਨੇ ਇਹ ਲਾਸੂਟ ਆ ਉਹ ਫਾਈਲ ਜਿਹੜਾ ਉਹ ਕੀਤਾ ਹੈਗਾ ਆ। ਸੋ ਇਸ ਦੇ ਵਿੱਚ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਕੀ ਬਣਦਾ। ਇੱਕ ਹਿਸਾਬ ਦੇ ਨਾਲ ਜਿਹੜੀਆਂ ਟੈਕ ਕੰਪਨੀਜ਼ ਆ ਇਹ ਲਾਸੂਟ ਫਾਈਲ ਕਰਕੇ ਉਹਨਾਂ 'ਤੇ ਪ੍ਰੈਸ਼ਰ ਪਾਉਣ ਦਾ ਕੋਸ਼ਿਸ਼ ਕਰ ਰਹੀਆਂ ਆ ਵੀ ਉਹਨਾਂ ਦੇ ਜਿਹੜੇ H1B ਵੀਜ਼ੇ ਤੁਸੀਂ ਉਹ ਅਪਲਾਈ ਕਰਦੇ ਨੇ ਉਹਨਾਂ ਨੂੰ ਜ਼ਿਆਦਾ ਮਾਰਜਨ ਦੇ ਨਾਲ ਜਿਹੜਾ ਉਹ ਪਾਸ ਕੀਤਾ ਜਾਵੇ ਜੀ। ਅਗਲੀ ਖਬਰ ਜਿਹੜੀ ਆ ਉਹ ਖਾਸ ਕਰਕੇ ਨਾਜ਼ੀ ਜਿਹੜੇ ਕੈਂਪ ਦੇ ਵਿੱਚ ਲੋਕ ਮਾਰੇ ਗਏ ਸੀ। ਹੁਣ ਇੱਕ ਬੰਦਾ 75 ਸਾਲਾਂ ਤੋਂ ਬਾਅਦ ਉਸ ਵਿੱਚ ਪੋਲੈਂਡ ਦੇ ਵਿੱਚ ਜਿੱਥੇ ਉਸ ਦੇ ਪਰਿਵਾਰ ਦੇ 35 ਮੈਂਬਰ ਜਿਹੜੇ ਸੀ ਉਹਨਾਂ ਨੂੰ ਸਾੜ ਕੇ ਮਾਰ ਦਿੱਤਾ ਗਿਆ ਸੀ। ਉਹ 75 ਸਾਲਾਂ ਬਾਅਦ ਉੱਥੇ ਜਾ ਰਿਹਾ ਹੈਗਾ। 91 ਸਾਲਾਂ ਦਾ ਇਹ ਬਜ਼ੁਰਗ ਕਹਿੰਦਾ ਵੀ ਸਮਹਾਓ ਮੈਂ ਉਹਦਾ ਛੋਟੀ ਉਮਰ ਦਾ ਹੀ ਸੀ, ਬਚ ਗਿਆ ਅਤੇ ਬਚ ਕੇ ਉੱਥੋਂ ਭੱਜ ਗਿਆ। ਪਰ ਉਹਦੇ 35 ਦੇ ਕਰੀਬ ਜਿਹੜੇ ਮੈਂਬਰ ਆ ਨਾਜ਼ੀਆਂ ਨੇ ਜਿਹੜੇ ਆ ਉੱਥੇ ਜਾਲ ਕੇ ਮਾਰ ਦਿੱਤੇ ਸੀ। ਸੋ ਹੁਣ ਉਹ ਅਮਰੀਕਾ ਦੇ ਵਿੱਚ ਰਹਿ ਰਿਹਾ ਹੈਗਾ। ਅਤੇ ਇੱਕ ਦੇਖੋ ਇਹ ਰਾਜਕਨਵੀਰ ਸਿੰਘ ਜੀ ਹਿਸਟਰੀ ਬਣਦੀ ਆ, ਕਿਸੇ ਵੀ ਕੌਮ ਦੇ ਉੱਤੇ ਜ਼ੁਲਮ ਕਿਤੇ ਵੀ ਹੁੰਦਾ ਹੋਵੇ ਉਹ ਮੁੜ ਕੇ ਕਿਤੇ ਨਾ ਕਿਤੇ ਤਾਂ ਉਹਨਾਂ ਨੇ ਦੇਖਣਾ ਹੀ ਹੈਗਾ ਆ। ਸੋ ਇਹ ਸਿੱਖਾਂ ਨੂੰ ਵੀ ਯਾਦ ਰੱਖਣਾ ਚਾਹੀਦਾ, ਐਡਾ ਵੱਡਾ ਜੈਨੋਸਾਈਡ ਹੋਇਆ ਜਿਨ੍ਹਾਂ ਦੇ ਘਰ ਸਾੜ ਕੇ ਬੀਬੀਆਂ ਜਿਹੜੇ ਗਲਾਂ 'ਚ ਟਾਇਰ ਮਾਰ ਕੇ ਮਾਰੇ ਆ, ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਇਨਸਾਫ ਜ਼ਰੂਰ ਮਿਲੂਗਾ। ਅਤੇ ਦੂਸਰੇ ਪਾਸੇ ਜਿਹੜੇ ਬਹੁਤ ਸਾਰੇ ਜਿਹੜੇ ਆਪਣੇ ਅਣਜਾਣ ਜਾਂ ਭੁੱਲਰ ਜਿਹੜੇ ਵੀਰ ਹੈਗੇ ਉਹ ਇਹ ਸੋਚਦੇ ਰਹਿੰਦੇ ਵੀ ਖੈਰ ਜਿਸ ਬੰਦੇ ਨੇ ਕੌਨਸਟੀਟਿਊਸ਼ਨ ਲਿਖਿਆ ਉਹ ਲਿਖਿਆ ਤਾਂ ਸਹੀ ਆ, ਪਰ ਉਹ ਕੌਨਸਟੀਟਿਊਸ਼ਨ ਨੂੰ ਫੋਲੋ ਕੌਣ ਕਰਦਾ ਹੈਗਾ ਹੈ ਨਾ। ਅੱਜ ਤੱਕ ਜਿਹੜੇ ਲੋਕ ਰੁਲ ਰਹੇ ਹੈਗੇ ਆ। ਪਰ ਹੁਣ ਦੇਖੋ ਵੀ ਪੂਰੀ ਦੁਨੀਆ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਹੋਲੋਕਾਸਟ ਰਿਮੈਂਬਰੈਂਸ ਡੇ ਮਨਾਇਆ ਜਾਂਦਾ ਹੈਗਾ ਆ ਜਨਵਰੀ 27 ਨੂੰ, ਹੋਲੋਕਾਸਟ ਮੈਮੋਰੀਅਲ ਡੇ। UK ਦੇ ਵਿੱਚ ਵੀ ਮਨਾਇਆ ਜਾਣਾ, US ਦੇ ਵਿੱਚ ਵੀ ਮਨਾਇਆ ਜਾਣਾ। ਸੋ ਇਸ ਤਰ੍ਹਾਂ ਜਿਹੜੇ ਆ ਜਿਨ੍ਹਾਂ ਦਾ ਕਤਲੇਆਮ ਹੋਇਆ ਉਹਨਾਂ ਨੂੰ ਯਾਦ ਕੀਤਾ ਜਾਂਦਾ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ ਟੈਕਨੋਲੋਜੀ ਦੇ ਨਾਲ ਹੀ ਖੇਤਰ ਦੇ ਨਾਲ ਹੀ ਇਹ ਜੁੜੀ ਹੋਈ ਇਹ ਖਬਰ ਆ। ਕੈਨੇਡਾ ਕਹਿੰਦੇ ਵੀ ਇਸ ਟਾਈਮ ਟੈਕਨੋਲੋਜੀ ਦੀ ਮਾਰਕੀਟ ਦੇ ਵਿੱਚ ਜਿੱਤ ਕਰ ਰਿਹਾ ਆ। ਕਹਿੰਦੇ ਵੀ US ਲਗਾਤਾਰ ਇਸ ਜਿਹੜੀ ਆਲਮੀ ਜਿਹੜੀ ਇੱਕ ਲੜਾਈ ਹੈਗੀ ਹੈ ਵੀ ਹਾਈਟੈਕ ਵਰਕਰ ਕਿੱਧਰ ਜ਼ਿਆਦਾ ਜਾਣ ਉਸ ਦੇ ਵਿੱਚ ਉਹ ਹੌਲੀ ਹੌਲੀ ਪਛੜ ਰਿਹਾ ਆ। ਇਸ ਦੇ ਵਿੱਚ ਜਿੱਦਾਂ ਆਪਾਂ ਪਹਿਲੋਂ ਮੈਂ ਖਬਰ ਕਰਕੇ ਹਟਿਆ ਵੀ H1B ਵੀਜ਼ੇ ਦੇ ਉੱਤੇ ਕਾਫੀ ਜ਼ਿਆਦਾ ਜਿਹੜੇ ਰਿਜੈਕਸ਼ਨ ਰੇਟ ਆ ਉਹ ਵਧਿਆ ਆ ਵੀ ਉਹਨਾਂ ਨੂੰ ਘੱਟ ਜਿਹੜੇ ਉਹ ਮਿਲ ਰਹੇ ਆ। ਇਸ ਕਰਕੇ ਜਿਹੜੇ ਕੰਪਨੀਆਂ ਵੀ ਆ ਅਤੇ ਜਿਹੜੇ ਟੈਕ ਵਰਕਰਸ ਆ ਉਹ ਰੁੱਖ ਕਰ ਰਹੇ ਆ ਹੁਣ ਕੈਨੇਡਾ ਵੱਲ ਨੂੰ। ਬੀਤੇ ਦਿਨਾਂ ਦੇ ਵਿੱਚ ਜਿਹੜਾ ਉੱਥੇ ਇੱਕ ਵੱਡਾ ਜਿਹੜਾ ਟੈਕ ਦਾ ਉੱਥੇ ਹੋਇਆ ਸੀਗਾ ਐਕਸਪੀਡੀਸ਼ਨ ਜਿਹੜੀ ਉੱਥੇ ਉਹ ਹੋਈ ਸੀਗੀ। ਉੱਥੇ ਕਾਫੀ ਜਿਹੜੀਆਂ ਕੰਪਨੀਆਂ ਕਈ ਲੋਕ ਜਿਹੜੇ ਉੱਥੇ ਪਹੁੰਚੇ ਜਦ ਉਹਨਾਂ ਨੂੰ ਪੁੱਛਿਆ ਗਿਆ ਵੀ ਨਵੇਂ ਜਿਹੜੇ ਇਸ ਟਾਈਮ ਕਿਹੜੇ ਆ ਤਾਂ ਕਹਿੰਦੇ ਕਾਫੀ ਜਿਹੜਾ ਕਮਰੇ ਦੇ ਵਿੱਚ ਲੋਕਾਂ ਨੇ ਉੱਥੇ ਹੱਥ ਖੜੇ ਕਰਕੇ ਦੱਸਿਆ ਵੀ ਅਸੀਂ ਨਵੇਂ ਜਿਹੜੇ ਆ ਕੈਨੇਡਾ ਦੇ ਵਿੱਚ ਰੀਸੈਂਟਲੀ ਜਿਹੜੇ ਉੱਧਰ ਮੂਵ ਹੋਏ ਹਾਂ। ਟੈਕ ਟੋਰਾਂਟੋ ਕਰਕੇ ਜਿਹੜਾ ਆ ਉੱਥੇ ਆਰਗੇਨਾਈਜੇਸ਼ਨ ਦੇ ਦੁਆਰਾ ਇੱਕ ਉੱਥੇ ਕੀਤਾ ਗਿਆ ਸੀਗਾ। ਸੋ ਕਹਿੰਦੇ ਵੀ ਜਿਹੜੇ ਲੋਕ ਉੱਥੇ ਨਵੇਂ ਮੂਵ ਹੋਏ ਉਹ ਕਹਿੰਦੇ ਵੀ ਕੈਨੇਡਾ ਜਿਹੜਾ ਉਹ ਕਾਫੀ ਵੈਲਕਮਿੰਗ ਹੈਗਾ ਇਮੀਗ੍ਰੈਂਟਸ ਦੇ ਲਈ, ਸਹੂਲਤਾਂ ਜਿਹੜਾ ਉਹਨਾਂ ਨੂੰ ਦਿੰਦਾ ਆ। ਸੋ ਜਿਨ੍ਹਾਂ ਨੇ ਛੋਟੀਆਂ ਕੰਪਨੀਆਂ ਦੇ ਨਾਲ ਸ਼ੁਰੂਆਤ ਜਿਹੜੀ ਉੱਥੇ ਕਰਨੀ ਆ ਉਹਨਾਂ ਦੇ ਲਈ ਕਿਤੇ ਨਾ ਕਿਤੇ ਉਹਨਾਂ ਨੂੰ ਕਾਫੀ ਬੈਟਰ ਸਪੇਸ ਜਿਹੜੀ ਉਹ ਮਿਲ ਰਹੀ ਆ। ਅਤੇ ਜਿਸ ਤਰੀਕੇ ਨਾਲ ਹਰਜੋਤ ਸਿੰਘ ਜੀ ਆਪਾਂ ਦੇਖ ਰਹੇ ਹਾਂ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਨੇ ਆਪਣੇ ਜਿਹੜੇ ਕੁਛ ਨਾ ਕੁਛ ਜਿਹੜੇ ਕੰਮ ਆ ਉਹ ਕੈਨੇਡਾ ਦੇ ਵਿੱਚ ਹੌਲੀ ਹੌਲੀ ਮੂਵ ਕਰਨੇ ਜਿਹੜੇ ਉਹ ਸ਼ੁਰੂ ਕੀਤੇ ਹੋਏ ਨੇ। ਉੱਦਾਂ ਜਿਹੜੇ ਪਿਛਲੇ ਸਾਲ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਆਪਣੇ ਵੱਲੋਂ ਤਾਂ ਜਿਹੜੀਆਂ ਇਹਨਾਂ ਕੰਪਨੀਆਂ ਨੂੰ ਟੈਕਸ ਬ੍ਰੇਕ ਜਿਹੜੇ ਆ ਉਹ ਕਾਫੀ ਦਿੱਤੇ ਨੇ, ਪਰ ਉਹ ਟੈਕਸ ਬ੍ਰੇਕ ਲੈ ਕੇ ਜਿਹੜੇ ਉਹ ਆਪਣੀਆਂ ਜੇਬਾਂ ਤਾਂ ਉਹ ਭਰ ਲਈਆਂ ਨੇ ਕੰਪਨੀਆਂ ਨੇ, ਓਨੀਆਂ ਜਿਹੜੀਆਂ ਜੋਬਾਂ ਜਿਹੜੀਆਂ ਉਹ ਕ੍ਰੀਏਟ ਨਹੀਂ ਕੀਤੀਆਂ ਜਿਸ ਕਰਕੇ ਕਥਿਤ ਤੌਰ ਦੇ ਉੱਤੇ ਉਹਨਾਂ ਨੂੰ ਟੈਕਸ ਬ੍ਰੇਕ ਜਿਹੜੇ ਉਹ ਮਿਲੇ ਸੀਗੇ। ਸੋ ਕੈਨੇਡਾ ਦੇ ਵਿੱਚ ਕਹਿੰਦੇ ਟੈਕ ਇੰਡਸਟਰੀ ਲਗਾਤਾਰ ਬੂਮ ਕਰ ਰਹੀ ਆ, ਵੱਧ ਕਰ ਰਹੀ ਆ ਅਤੇ ਖਾਸ ਕਰਕੇ ਜਿਹੜੀ ਉੱਥੋਂ ਦੀ ਅਮਰੀਕਾ ਦੇ ਮੁਕਾਬਲੇ ਜਿਹੜੀ ਲੀਨੀਅੰਟ ਉੱਥੋਂ ਦੀ ਇਮੀਗ੍ਰੇਸ਼ਨ ਪੋਲਿਸੀ ਆ ਉਸ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਲੋਕ ਅਮਰੀਕਾ ਦੇ ਵਿੱਚ ਜਿਨ੍ਹਾਂ ਨੂੰ H1B ਵੀਜ਼ਾ ਨਹੀਂ ਮਿਲਦਾ ਉਹਨਾਂ ਨੂੰ ਬਹੁਤ ਆਸਾਨੀ ਦੇ ਨਾਲ
ਜਿਹੜਾ ਵੀਜ਼ਾ ਕੈਨੇਡਾ ਦੇ ਵਿੱਚ ਮਿਲ ਜਾਂਦਾ ਹੈ, ਜਿਸ ਕਰਕੇ ਜਿਹੜੀਆਂ ਕੰਪਨੀਆਂ ਆਪਣੇ ਕਈ ਕੰਮ ਆ ਉਹ ਕੈਨੇਡਾ ਦੇ ਵਿੱਚ ਹੌਲੀ ਹੌਲੀ ਮੂਵ ਜਿਹੜੀਆਂ ਉਹ ਕਰ ਰਹੀਆਂ ਨੇ। ਅਤੇ ਇਹ ਓਵਰਆਲ ਕੈਨੇਡਾ ਦੀ ਇਕੋਨਮੀ ਦੇ ਲਈ ਉਹਨਾਂ ਦੇ ਲਈ ਇਹ ਪੋਜ਼ੀਟਿਵ ਚੀਜ਼ ਜਿਹੜੀ ਉਹ ਸਾਬਤ ਹੋ ਸਕਦੀ ਆ। ਅਤੇ ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਅਮਰੀਕਾ ਦੀ ਜਿਹੜੀ ਸਿਲੀਕਨ ਵੈਲੀ ਨੂੰ ਜਿਹੜਾ ਉਹ ਜਾਣਿਆ ਜਾਂਦਾ ਆ, ਅਤੇ ਇੱਦਾਂ ਲੱਗ ਰਿਹਾ ਵੀ ਇੱਦਾਂ ਦੇ ਕਈ ਹੱਬ ਜਿਹੜੇ ਕੈਨੇਡਾ ਵਿੱਚ ਵੀ ਉੱਭਰ ਕੇ ਸਾਹਮਣੇ ਜਿਹੜੇ ਉਹ ਆ ਸਕਦੇ ਨੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਕੀ ਬਣਦਾ ਆ। ਪਰ ਇੱਕ ਆਲਮੀ ਜੰਗ ਜਿਹੜੀ ਜ਼ਰੂਰ ਲੱਗੀ ਹੋਈ ਆ, ਕਿਉਂਕਿ ਹਰ ਕੰਪਨੀ ਚਾਹੁੰਦੀ ਆ ਵੀ ਜਿਹੜੀ ਟੈਕਨੋਲੋਜੀ ਦੇ ਪੱਧਰ ਦਾ ਜਿਹੜਾ ਕੰਮ ਆ, ਜਿਹੜਾ ਸਭ ਤੋਂ ਐਡਵਾਂਸ ਲੈਵਲ ਦਾ ਹੈ, ਉਹਨਾਂ ਦੇ ਮੁਲਕ ਦੇ ਵਿੱਚ ਹੋਵੇ, ਕਿਉਂਕਿ ਉਹ ਫਿਰ ਟੈਕਨੋਲੋਜੀ ਦੇ ਵਿੱਚ ਸਭ ਤੋਂ ਉਹ ਅੱਗੇ ਰਹਿੰਦੇ ਨੇ ਅਤੇ ਉਹਦੇ ਨਾਲ ਫਿਰ ਉਹਨਾਂ ਨੂੰ ਇਨਵੈਸਟਮੈਂਟ ਅਤੇ ਹੋਰ ਕਈ ਕੁਛ ਜਿਹੜਾ ਆ ਉੱਥੇ ਮਿਲਦਾ ਰਹਿੰਦਾ ਆ। ਅਮਰੀਕਾ ਦਾ ਵਿਸ਼ਵ ਦੇ ਵਿੱਚ ਸਭ ਤੋਂ ਅੱਗੇ ਰਹਿਣ ਦਾ ਇੱਕ ਬਹੁਤ ਵੱਡਾ ਕਾਰਨ ਇਹੀ ਆ ਵੀ ਰਿਸਰਚ ਅਤੇ ਡਿਵੈਲਪਮੈਂਟ ਦਾ ਕੰਮ ਅਤੇ ਟੈਕਨੋਲੋਜੀ ਦਾ ਕੰਮ ਜਿਹੜਾ ਆ ਉਹ ਚਰਨ ਸੀਮਾ ਦੇ ਉੱਤੇ ਜਿਹੜਾ ਬਿਲਕੁਲ ਟੌਪ ਲੈਵਲ ਦੇ ਉੱਤੇ ਹੋ ਰਿਹਾ ਹੁੰਦਾ ਆ, ਉਹ ਇਸ ਟਾਈਮ ਅਮਰੀਕਾ ਦੇ ਵਿੱਚ ਜਿਹੜਾ ਵੱਡੇ ਪੈਮਾਨੇ ਦੇ ਉੱਤੇ ਹੁੰਦਾ ਰਿਹਾ ਆ। ਅਤੇ ਜੇ ਇਹ ਚੀਜ਼ਾਂ ਮੂਵ ਹੋ ਕੇ ਹੋਰ ਮੁਲਕਾਂ ਦੇ ਵਿੱਚ ਜਾਣਗੀਆਂ ਤਾਂ ਅਮਰੀਕਾ ਦੇ ਲਈ ਵੀ ਜਿਹੜੀਆਂ ਚੁਣੌਤੀਆਂ ਆ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਵੱਧ ਸਕਦੀਆਂ ਨੇ। ਜੀ, ਅਗਲੀ ਖਬਰ GM ਨੂੰ ਲੈ ਕੇ ਹੈ। GM ਨੇ ਅਨਾਊਂਸ ਕੀਤਾ ਆ ਵੀ ਉਹ $3 ਬਿਲੀਅਨ ਇਲੈਕਟ੍ਰਿਕ ਅਤੇ ਆਟੋਨੋਮਸ ਵਹੀਕਲਸ ਬਣਾਉਣ ਦੇ ਲਈ ਕਮਿਟ ਕਰਨ ਜਾ ਰਿਹਾ। ਇਹ ਸਾਰੀਆਂ ਜਿਹੜੀਆਂ ਆ ਮਿਸ਼ੀਗਨ ਦੇ ਵਿੱਚ ਬਣਨਗੀਆਂ। GM ਨੇ ਇਹ ਕਿਹਾ ਵੀ $2.2 ਬਿਲੀਅਨ ਡੈਟਰੋਇਟ ਹੈਮਟ੍ਰਿਕ ਜਿਹੜਾ ਅਸੈਂਬਲੀ ਪਲਾਂਟ ਹੈਗਾ ਆ, ਉੱਥੇ ਇਲੈਕਟ੍ਰਿਕ ਟਰੱਕਸ ਅਤੇ SUVs ਜਿਹੜੇ ਆ ਉਹ ਬਣਾਉਣ ਜਾ ਰਹੇ ਹੈਗੇ ਆ। ਸੋ ਇਹ ਵਧੀਆ ਗੱਲ ਹੈਗੀ ਆ। ਕਹਿੰਦੇ ਵੀ ਜਿਹੜਾ ਉਹਨਾਂ ਦਾ GM ਦਾ ਇਲੈਕਟ੍ਰਿਕ ਪਿਕਅਪ ਟਰੱਕ ਆ ਉਹ 2021 ਦੇ ਅਖੀਰ ਤੱਕ ਜਿਹੜਾ ਫੈਕਟਰੀ ਤੋਂ ਬਾਹਰ ਆ ਜਾਊਗਾ। ਇਹਦੇ ਨਾਲ 2200 ਤੋਂ ਵੱਧ ਜਿਹੜੀਆਂ ਜੋਬਾਂ ਆ ਉਹ ਮਿਸ਼ੀਗਨ ਦੇ ਵਿੱਚ ਕ੍ਰੀਏਟ ਹੋਣਗੀਆਂ, ਜਿਹੜੀਆਂ ਹਾਈ ਪੇਇੰਗ ਜੋਬਸ ਹੋਣਗੀਆਂ। ਜੀ ਬਿਲਕੁਲ। ਸੋ ਤੁਸੀਂ ਦੇਖ ਲਓ ਹਰਜੋਤ ਸਿੰਘ ਜੀ, ਆਪਣਾ ਦੇਖ ਰਹੇ ਹਾਂ ਵੀ ਹਰ ਇੱਕ ਕੰਪਨੀਆਂ ਜਿਹੜੀਆਂ ਰਵਾਇਤੀ ਇੱਥੋਂ ਦੀਆਂ ਕੰਪਨੀਆਂ ਵੀ ਆ, ਜਿਹੜੀਆਂ ਕਿ ਸਭ ਤੋਂ ਜ਼ਿਆਦਾ ਜਿਹੜੇ ਕਹਿ ਲਓ ਵੀ ਗੈਸੋਲੀਨ ਗੱਡੀਆਂ ਵੇਚਣ ਦੇ ਵਿੱਚ ਟੌਪ 'ਤੇ ਨੇ। GM ਜਿਹੜੀ ਆ ਉਹ ਵੀ ਹੁਣ ਹੌਲੀ ਹੌਲੀ ਆਲ ਇਲੈਕਟ੍ਰਿਕ ਟਰੱਕਸ, ਆਲ ਇਲੈਕਟ੍ਰਿਕ ਗੱਡੀਆਂ ਦੇ ਵੱਲ ਦੇ ਨਾਲ ਨਾਲ ਆਟੋਨੋਮਸ ਵਹੀਕਲਸ ਦੇ ਉੱਤੇ ਕਾਫੀ ਵੱਡੀਆਂ ਜਿਹੜੀਆਂ ਇਨਵੈਸਟਮੈਂਟ ਆ ਉਹ ਲਗਾਤਾਰ ਕਰ ਰਹੀਆਂ ਨੇ ਅਤੇ ਉਹ ਵਚਨਬੱਧ ਜਿਹੜੀਆਂ ਇਸ ਪਾਸੇ ਵੱਲ ਨੂੰ ਹੈਗੀਆਂ। ਸੋ ਇਹ ਵੀ ਜਿਹੜੀ ਇੱਕ ਇੰਡਸਟਰੀ, ਇਹ ਵੀ ਜਿਹੜੀ ਆ ਓਵਰਆਲ ਕਾਫੀ ਜਿਹੜੀ ਇਹ ਚੇਂਜ ਆ ਉਹ ਹੋਵੇਗੀ। ਟੈਸਲਾ ਨੇ ਆ ਕੇ ਇੱਕ ਵਾਰੀ ਤੜਥੱਲੀ ਤਾਂ ਜ਼ਰੂਰ ਮਚਾਈ ਸੀ, ਉਸ ਦੇ ਬਾਵਜੂਦ ਉਸ ਦੇ ਆਉਣ ਤੋਂ ਬਾਅਦ ਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਨੇ ਇਸ ਪਾਸੇ ਵੱਲ ਨੂੰ ਇਨਵੈਸਟਮੈਂਟ ਕਰਨੀ ਜਿਹੜੀ ਸ਼ੁਰੂ ਕੀਤੀ ਹੋਈ ਆ। ਹਮਰ ਪਿਕਅਪ ਜਿਹੜੀ ਆ ਹਰਜੋਤ ਸਿੰਘ ਜੀ ਲੈ ਕੇ ਆਉਣ ਵਾਲੀ ਕੰਪਨੀ ਆ ਹੁਣ, ਜਿਹੜੀ ਆਲ ਇਲੈਕਟ੍ਰਿਕ ਜਿਹੜੀਆਂ ਗੱਡੀਆਂ ਆ ਉਹਨਾਂ ਦਾ ਨਿਰਮਾਣ ਅਤੇ ਉਸ ਨੂੰ ਜਿਹੜਾ ਉਹ ਜਿਹੜੀ ਉਹ ਵੇਚੇਗੀ। ਇੱਕ ਟਾਈਮ ਦੇ ਉੱਤੇ ਇਹ ਵੀ ਖਬਰ ਜਿਹੜੀ ਉਹ ਚੱਲੀ ਸੀ ਵੀ ਸ਼ਾਇਦ ਹਮਰ ਪਿਕਅਪ ਜਿਹੜਾ ਇਲੈਕਟ੍ਰਿਕ ਜਿਹੜਾ ਉਸ ਦੇ ਵਿੱਚ ਵੀ ਆ ਸਕਦਾ, ਪਰ ਉਸ ਦੇ ਉੱਤੇ GM ਨੇ ਕਿਸੇ ਤਰੀਕੇ ਦੀ ਕੋਈ ਪੁਸ਼ਟੀ ਆ ਉਹ ਨਹੀਂ ਕੀਤੀ। ਸੋ ਇਸ ਟਾਈਮ ਜਿਹੜਾ SUV ਦਾ ਮਾਰਕੀਟ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਹੌਟ ਹੈਗਾ ਆ। ਬਹੁਤ ਸਾਰੇ ਲੋਕ ਜਿਹੜੇ ਉਹ ਖਰੀਦਦੇ ਨੇ, ਟਰਾਈ ਕਰਦੇ ਨੇ ਵੀ ਹੁਣ ਥੋੜ੍ਹੀਆਂ ਇਕਨੋਮਿਕਲ ਜਿਹੜੀਆਂ ਗੱਡੀਆਂ ਆ ਉਹ ਲਈਆਂ ਜਾਣ। ਸੋ ਹਾਈਬ੍ਰਿਡ ਵੱਲ ਨੂੰ ਵੀ ਉਹਨਾਂ ਦਾ ਜਿਹੜਾ ਕਾਫੀ ਧਿਆਨ ਜਿਹੜਾ ਉਹ ਰਹਿੰਦਾ ਆ। ਅਤੇ ਹੁਣ ਜਿੱਦਾਂ ਰਿਵੀਅਨ ਆ, ਟੈਸਲਾ ਆ, ਅਤੇ ਈਵਨ ਜਿਹੜੀ ਮਸਟੈਂਗ ਮੈਕ ਈ ਕਰਕੇ ਜਿਹੜੀ ਆਈ ਆ ਨਵੀਂ ਫੋਰਡ ਵਾਲਿਆਂ ਦੀ, ਉਹ ਵੀ ਸਾਰੀਆਂ ਜਿਹੜੀਆਂ SUV ਆਲ ਇਲੈਕਟ੍ਰਿਕ ਵਾਲੇ ਪਾਸੇ ਵੱਲ ਨੂੰ ਹੁਣ ਰੁੱਖ ਕਰ ਰਹੀਆਂ ਹੈਗੀਆਂ ਜੀ। ਅਗਲੀ ਖਬਰ ਜਿਹੜੀ ਹੈ ਕੈਲੀਫੋਰਨੀਆ ਦੇ ਵਿੱਚ ਪ੍ਰੋਪੋਜੀਸ਼ਨ 30 ਨੂੰ ਲੈ ਕੇ ਆ। ਸਰੋਤਿਆਂ ਨੂੰ ਦੱਸੀ ਜਾਈਏ 1978 ਦੇ ਵਿੱਚ ਪ੍ਰੋਪੋਜੀਸ਼ਨ 13 ਜਿਹੜੀ ਆ ਉਹ ਪਾਸ ਹੋਈ ਸੀ, ਜਿਹਦੇ ਮੁਤਾਬਕ ਜਦੋਂ ਵੀ ਤੁਸੀਂ ਪ੍ਰਾਪਰਟੀ ਖਰੀਦਦੇ ਆ ਉਹਦੀ ਜਿਹੜੀ ਆ ਪ੍ਰਾਈਸ ਹਰ ਸਾਲ ਉਹਨਾਂ ਨੇ ਉਹਦੇ ਟੈਕਸਸ ਦੇ ਉੱਤੇ ਲਿਮਿਟ ਲਾਈ ਸੀ ਵੀ ਇੰਨੀ ਜ਼ਿਆਦਾ ਹੀ ਪ੍ਰਾਈਸ ਵੱਧ ਸਕਦੀ ਹੈ, ਨਾ ਕਿ ਕਰੰਟ ਵੈਲਿਊ 'ਤੇ। ਹੁਣ ਮੰਨ ਲਓ ਵੀ ਜਿਨ੍ਹਾਂ ਨੇ 1980 'ਚ 40-50 ਹਜ਼ਾਰ ਦਾ ਘਰ ਲਿਆ ਆ, ਸੋ ਜੇ ਹੁਣ ਉਹ ਸੇਮ ਘਰ ਮੇਬੀ ਮਿਲੀਅਨ ਦਾ ਹੋਊਗਾ ਅਤੇ ਉਹਨਾਂ ਨੂੰ ਪੁਰਾਣੇ ਹਿਸਾਬ ਨਾਲ ਟੈਕਸ ਚੱਲ ਰਿਹਾ, ਉਹ 40 ਤੇ ਮੇਬੀ 100,000 ਜਾਂ 150 ਜਾਂ 200,000 ਹੋ ਗਿਆ ਹੋਵੇ। ਸੋ ਉਹਨੂੰ ਲੈ ਕੇ ਕੈਲੀਫੋਰਨੀਆ ਸਟੇਟ ਦੇ ਵਿੱਚ ਇੱਕ ਕੈਲੀਫੋਰਨੀਆ ਸਕੂਲਸ ਅਤੇ ਲੋਕਲ ਕਮਿਊਨਿਟੀਜ਼ ਫੰਡਿੰਗ ਐਕਟ ਆਫ 2020 ਵੱਲੋਂ ਵੈਲਿਡ ਦੇ ਉੱਤੇ ਇਹ ਮੈਜਰ ਲਿਆ ਜਾ ਰਿਹਾ, ਜਿਹਦੇ ਮੁਤਾਬਕ ਕਹਿੰਦੇ ਵੀ ਇਸ ਨੂੰ ਰਿਪੀਲ ਕੀਤਾ ਜਾਵੇ। ਸੋ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਗਲਤ ਖਬਰਾਂ ਫੈਲਦੀਆਂ, ਜਿਸ ਤਰ੍ਹਾਂ ਸੈਂਸਸ ਵਾਲੀ ਆਪਾਂ ਦੱਸੀ ਸੀ ਪਿਛਲੇ ਹਫ਼ਤਿਆਂ ਦੇ ਵਿੱਚ। ਸੋ ਇਹ ਜਿਹੜਾ ਮੈਜਰ ਆ ਜਿਹਨੂੰ ਲਿਆ ਰਹੇ ਹੈਗੇ ਆ, ਇਹ ਖਾਸ ਕਰਕੇ ਸਿਰਫ ਕਮਰਸ਼ੀਅਲ
ਪ੍ਰਾਪਰਟੀਆਂ ਦੇ ਉੱਤੇ ਹੋਊਗਾ, ਰੈਜ਼ੀਡੈਂਸ਼ੀਅਲ ਦੇ ਉੱਤੇ ਨਹੀਂ, ਕਿਉਂਕਿ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਜਿੱਦਾਂ IBM ਜਾਂ ਹੋਰ ਹੈਗੀਆਂ, ਉਹਨਾਂ ਨੇ ਬੜੀਆਂ ਪੁਰਾਣੀਆਂ ਬਿਲਡਿੰਗਾਂ ਲਈਆਂ ਤੇ ਬਹੁਤ ਘੱਟ ਟੈਕਸ ਪੇ ਕਰਦੇ ਆ। ਸੋ ਹੁਣ ਉਹ ਕਹਿੰਦੇ ਵੀ ਉਹ ਜਿਹੜੀਆਂ $5 ਮਿਲੀਅਨ ਤੋਂ ਉੱਪਰ ਜਿਹੜੀਆਂ ਕਮਰਸ਼ੀਅਲ ਬਿਲਡਿੰਗਸ ਹੋਊਗੀਆਂ, ਉਹ ਜਿਹੜੀਆਂ ਉਹਨਾਂ ਨੂੰ ਰਿਪੀਲ ਕੀਤਾ ਜਾਊਗਾ, ਉਹਨਾਂ ਨੂੰ ਪ੍ਰੈਜ਼ੈਂਟ ਵੈਲਿਊ ਦੇ ਉੱਤੇ ਉਹਨਾਂ ਦੀ ਜਿਹੜੀ ਮਾਰਕੀਟ ਵੈਲਿਊ ਉਹ 'ਤੇ ਟੈਕਸ ਲਾਇਆ ਜਾਊਗਾ, ਜਿਹਦੇ ਨਾਲ $7.5 ਬਿਲੀਅਨ ਤੋਂ ਲੈ ਕੇ $12 ਬਿਲੀਅਨ ਹਰ ਸਾਲ ਜਿਹੜਾ ਆ ਉਹ ਪੈਸਾ ਇਕੱਠਾ ਹੋਊਗਾ, ਜਿਸ ਨੂੰ ਸਕੂਲਸ ਦੇ ਵਿੱਚ ਐਜੂਕੇਸ਼ਨ ਫੰਡ ਦੇ ਵਿੱਚ ਜਿਹੜਾ ਵਰਤਿਆ ਜਾਊਗਾ। ਸੋ ਇਹ ਜਿਹੜੀਆਂ 3 ਮਾਰਚ ਨੂੰ ਹੋ ਰਹੀ ਇਲੈਕਸ਼ਨ ਆ, ਉਸ ਦੇ ਵਿੱਚ ਇਹ ਮਾਰਚ 2020 ਦੇ ਵਿੱਚ ਇਹ ਬੌਂਡ ਜਿਹੜਾ ਉਹ ਆ ਰਿਹਾ ਹੈ, ਕੈਲੀਫੋਰਨੀਆ ਪ੍ਰੋਪੋਜੀਸ਼ਨ ਜਿਹੜਾ ਉਹ 13, ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਜੇ ਇਸ ਦੇ ਉੱਤੇ ਯੈਸ ਕੀਤਾ ਜਾਂਦਾ ਆ ਤਾਂ ਕਹਿੰਦੇ ਵੀ ਇਹ $15 ਬਿਲੀਅਨ ਜਿਹੜਾ ਉਹ ਜਨਰੇਟ ਕਰੇਗਾ, ਅਤੇ ਜਿਨ੍ਹਾਂ ਵਿੱਚੋਂ ਓਬਲੀਗੇਸ਼ਨ ਜਿਹੜੀ ਇਹਨਾਂ ਦੀ ਹੋਵੇਗੀ ਵੀ $9 ਬਿਲੀਅਨ ਜਿਹੜਾ ਉਹ ਪ੍ਰੀ ਸਕੂਲ ਅਤੇ K-12 ਸਕੂਲ ਉਸ ਦੇ ਲਈ, $4 ਬਿਲੀਅਨ ਜਿਹੜਾ ਉਹ ਯੂਨੀਵਰਸਿਟੀਜ਼ ਦੇ ਲਈ, ਅਤੇ $2 ਬਿਲੀਅਨ ਜਿਹੜਾ ਕਮਿਊਨਿਟੀ ਕਾਲਜਸ ਦੇ ਲਈ ਜਿਹੜਾ ਆ ਉਹ ਰੱਖਿਆ ਜਾਵੇਗਾ। ਸੋ ਇਹ ਇਸ ਤਰੀਕੇ ਦੇ ਨਾਲ ਇਹ ਹਰਜੋਤ ਸਿੰਘ ਜੀ ਇਹਨਾਂ ਨੇ ਵੰਡ ਰੱਖੀ ਹੋਈ ਹੈ ਪ੍ਰੋਪੋਜੀਸ਼ਨ 30 ਦੇ ਨਾਲ, ਜੇ ਇਹ ਪੈਸੇ ਇਕੱਠੇ ਹੁੰਦੇ ਆ। ਅਤੇ ਆਈ ਥਿੰਕ ਹਰਜੋਤ ਸਿੰਘ ਜੀ $5 ਮਿਲੀਅਨ ਦੀ ਜਿੱਦਾਂ ਤੁਸੀਂ ਵੀ ਦੱਸ ਰਹੇ ਸੀ ਵੀ ਉਸ ਦੀ ਕੀਮਤ ਜਾਂ ਉਸ ਤੋਂ ਵੱਧ ਦੀ ਕੀਮਤ ਵਾਲੇ ਹੀ ਜਿਹੜੇ ਬਿਜ਼ਨਸਿਸ ਦੀਆਂ ਜਿਹੜੀਆਂ ਹੈਗੀਆਂ ਪ੍ਰੋਪਰਟੀ ਦੀਆਂ ਜਿਹੜੀਆਂ ਕੀਮਤਾਂ ਆ, ਉਹਨਾਂ ਦੇ ਉੱਤੇ ਹੀ ਜਿਹੜਾ ਇੱਕ ਹਿਸਾਬ ਦੇ ਨਾਲ ਇਹ ਪੈਸੇ ਜਿਹੜੇ ਇਕੱਠੇ ਹੋਣਗੇ। ਪਰ ਹੁਣ ਇਹਦੇ ਵਿੱਚ ਇਹ ਵੀ ਹੈਗਾ ਹਰਜੋਤ ਸਿੰਘ ਜੀ, ਜੇ ਹੁਣ ਕਿਸੇ ਦੀ ਰੀਅਲ ਐਸਟੇਟ ਕਿਸੇ ਪ੍ਰਾਈਮ ਥਾਂ ਦੇ ਉੱਤੇ ਹੈਗੀ ਆ, ਬਿਜ਼ਨਸ ਜੇ ਕਿਸੇ ਦਾ ਠੀਕ ਠਾਕ ਹੀ ਜਿਹੜਾ ਚੱਲ ਰਿਹਾ ਆ, ਉਹ ਵੀ ਵਿਚਾਰਾ ਕੜਕੀ ਦੇ ਵਿੱਚ ਜਿਹੜਾ ਇਸ ਦੇ ਵਿੱਚ ਫਸ ਸਕਦਾ ਹੈਗਾ ਆ। ਵੀ ਹੋ ਸਕਦਾ ਵੀ ਕਈ ਬਿਜ਼ਨਸ ਇਸ ਦੇ ਕਰਕੇ ਜਿਹੜੇ ਉਹ ਬੰਦ ਵੀ ਹੋ ਜਾਣ, ਕਈਆਂ ਨੂੰ ਜਦੋਂ ਜ਼ਿਆਦਾ ਟੈਕਸ ਇਸ ਦੇ ਉੱਤੇ ਜਿਹੜਾ ਉਹ ਦੇਣਾ ਪਊਗਾ ਤਾਂ ਓਬਵੀਅਸਲੀ ਉਹ ਫਿਰ ਇੱਥੋਂ ਬਾਹਰ ਮੂਵ ਕਰਨ ਬਾਰੇ ਜਾਂ ਹੋਰ ਕਈ ਚੀਜ਼ਾਂ ਵਾਲੇ ਪਾਸੇ ਨੂੰ ਵੀ ਜਿਹੜਾ ਉਹ ਸੋਚਣਗੇ। ਸੋ ਇਹ ਕਾਫੀ ਦੇਖਣ ਵਾਲੀ ਗੱਲ ਆ ਵੀ ਇਸ ਦੇ ਨਾਲ ਜਿਹੜਾ ਕਿੱਦਾਂ ਦੀਆਂ ਕਿਹੜੇ ਬਿਜ਼ਨਸਿਸ ਦੇ ਉੱਤੇ ਜਿਹੜਾ ਆ ਉਹ ਵੱਡਾ ਅਸਰ ਜਿਹੜਾ ਉਹ ਹੋ ਸਕਦਾ। ਉੱਦਾਂ ਵੈਸੇ ਜੇ IBM ਜਾਂ ਇੱਦਾਂ ਦੀਆਂ ਵੱਡੀਆਂ ਕੰਪਨੀਆਂ ਦੀ ਗੱਲ ਕਰੀਏ, ਉਹਨਾਂ ਨੂੰ ਪੈਸਿਆਂ ਦੀ ਕਿਸੇ ਪਾਸੋਂ ਵੀ ਜਿਹੜੀ ਉਹ ਥੋੜ ਨਹੀਂ ਹੈਗੀ, ਪਿਛਲੇ ਲਗਾਤਾਰ ਕਈ ਸਾਲਾਂ ਤੋਂ ਡਾਲਰ ਬਣਾ ਹੀ ਰਹੇ ਨੇ, ਜਦੋਂ ਮਾੜੇ ਜਿਹੇ ਜ਼ਿਆਦਾ ਜਾਣ ਲੱਗਦੇ ਆ ਉਦੋਂ ਕਹਿੰਦੇ ਆ ਵੀ ਹਾਹਾਕਾਰ ਮਚ ਗਈ ਆ। ਜੀ, ਅਗਲੀ ਖਬਰ ਜਿਹੜੀ ਆ ਔਰੇਂਜਵਿਲ ਕੈਲੀਫੋਰਨੀਆ ਨੂੰ ਲੈ ਕੇ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਹਫ਼ਤਿਆਂ ਦੇ ਵਿੱਚ ਆਪਾਂ ਖਬਰ ਸਾਂਝੀ ਕੀਤੀ ਸੀ, ਇੱਕ ਨਵਾਂ ਗੁਰੂ ਘਰ ਔਰੇਂਜਵਿਲ ਸੈਕਰਾਮੈਂਟੋ ਦੇ ਲਾਗੇ ਬਣਿਆ, ਅਤੇ ਉੱਥੇ ਜਿਹੜੀ ਹੈ ਗ੍ਰੈਫਿਟੀ ਇੱਕ ਸਦਾਈ ਬੰਦੇ ਨੇ ਛਾਪ ਦਿੱਤੀ ਸੀ, ਅਤੇ ਉਸ ਨੂੰ ਲੈ ਕੇ ਜਿਹੜਾ ਆ ਉੱਥੇ ਦੀ ਜਿਹੜੀ ਲੋਕਲ ਕਮਿਊਨਿਟੀ ਆ ਉਹਨਾਂ ਨੇ ਬਹੁਤ ਗੁੱਸਾ ਮਨਾਇਆ। ਅਤੇ ਪਿਛਲੇ ਵੀਕਐਂਡ ਜਿਹੜਾ ਸੈਚਰਡੇ ਨੂੰ ਉਹ ਗੁਰੂ ਘਰ ਦੇ ਜਿਹੜੇ ਹੈਗੇ ਆ ਉਹਨਾਂ ਦੇ ਪ੍ਰਬੰਧਕਾਂ ਨੇ ਇੱਕ ਓਪਨ ਹਾਊਸ ਰੱਖਿਆ, ਜਿਹਦੇ ਵਿੱਚ ਕਹਿੰਦੇ ਵੀ ਕਪਲ ਆਫ 100 ਪੀਪਲ ਜਿਹੜੇ ਆਏ, ਜਿਹੜੇ ਨੌਨ ਸਿੱਖ ਸੀਗੇ, ਬਹੁਤ ਸਾਰੇ ਗੋਰੇ ਮੂਲ ਦੇ, ਲਗਭਗ ਸਾਰੇ ਸ਼ਹਿਰ ਦੇ ਲੋਕ ਉੱਥੇ ਆਏ, ਜਿਨ੍ਹਾਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਹੈਗੇ ਆ। ਨਾਲ ਦੀ ਨਾਲ ਬਹੁਤ ਸਾਰੇ ਇਲੈਕਟਡ ਆਫੀਸ਼ੀਅਲ ਵੀ, ਸਿੱਖ ਕੋਲੀਸ਼ਨ ਵਾਲੇ ਵੀ ਉੱਥੇ ਸੀ। US ਅਟਾਰਨੀ ਮੈਕਗਰ ਸਕਾਟ, ਸੈਕਰਾਮੈਂਟੋ ਕਾਉਂਟੀ ਦੇ ਸੁਪਰਵਾਈਜ਼ਰ ਸੂ ਫਰੋਸਟ ਅਤੇ ਅਸੈਂਬਲੀ ਮੈਂਬਰ ਕੈਵਨ ਕਾਈਲੀ ਜਿਹੜੇ ਆ, ਸਾਰਿਆਂ ਨੇ ਉਸ ਈਵੈਂਟ ਨੂੰ ਅਟੈਂਡ ਕੀਤਾ, ਅਤੇ ਸਾਰਿਆਂ ਨੂੰ ਉੱਥੇ ਕਹਿੰਦੇ ਲੰਗਰ ਵੀ ਛਕਾਇਆ ਗਿਆ। ਸੋ ਪੂਰੀ ਕਮਿਊਨਿਟੀ ਉਸ ਏਰੀਏ ਦੀ ਕਹਿੰਦੀ ਵੀ ਨਹੀਂ, ਅਸੀਂ ਸਿੱਖਾਂ ਦੇ ਨਾਲ ਆ, ਅਤੇ ਇੱਦਾਂ ਦੇ ਜਿਹੜੇ ਲੋਕ ਹੈਗੇ ਆ ਜਿਹੜੇ ਹੇਟ ਕਰਦੇ ਆ, ਅਤੇ ਉਹ ਅਸੀਂ ਉਹਨਾਂ ਦੇ ਅਗੇਂਸਟ ਆ। ਸੋ ਇਹ ਇੱਕ ਜਿਹੜੀ ਆ ਉੱਥੇ ਦੀ ਸਿੱਖ ਕਮਿਊਨਿਟੀ ਨੇ ਜਿਹੜੀ ਇਹ ਓਪਨ ਹਾਊਸ ਰੱਖਿਆ ਸੀ, ਇਹ ਬਹੁਤ ਵਧੀਆ ਜਿਹੜਾ ਕੰਮ ਕੀਤਾ ਜੀ। ਬਿਲਕੁਲ ਜੀ, ਬਹੁਤ ਵਧੀਆ। ਇਸ ਦੇ ਵਿੱਚ ਆਪਸੀ ਜਿਹੜਾ ਭਾਈਚਾਰਕ ਸਾਂਝ ਜਿਹੜੀ ਆ ਉਹ ਵੱਧਦੀ ਆ, ਜਿਸ ਦੀ ਇਸ ਟਾਈਮ ਪੂਰੇ ਵਿਸ਼ਵ ਨੂੰ ਹੀ ਜਿਹੜੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਅਤੇ ਹਰਜੋਤ ਸਿੰਘ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਜਿਹੜਾ ਉਹ ਸਮਾਪਤ ਹੈਗਾ ਆ, ਅਤੇ ਆਪਾਂ ਆਪਣੇ ਸਰੋਤਿਆਂ ਨੂੰ ਜਿਹੜਾ ਉਹ ਮਿਲਾਂਗੇ ਜੀ ਅਗਲੀ ਵਾਰ ਹੋਰ ਜਿਹੜੀਆਂ ਆ ਖਬਰਾਂ ਜਿਹੜੀਆਂ ਉਹ ਲੈ ਕੇ, ਕੀ ਕੁਛ ਚੱਲ ਰਿਹਾ ਦੁਨੀਆ ਭਰ ਦੇ ਵਿੱਚ, ਕੀ ਕੁਛ ਚੱਲ ਰਿਹਾ ਅਮਰੀਕਾ ਦੇ ਵਿੱਚ, ਉਸ ਦੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ। ਅਤੇ ਸੈਂਸਸ ਦੇ ਬਾਰੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜ਼ਰੂਰ ਗੱਲਬਾਤ ਜਿਹੜੀ ਉਹ ਕਰਦੇ ਰਵਾਂਗੇ। ਅਤੇ ਇਸ ਸਾਲ ਦੇ ਵਿੱਚ ਸੈਂਸਸ ਹੋਣਾ ਹੈ, ਸੋ ਉਸ ਦੇ ਬਾਰੇ ਜਿਹੜੇ ਸਾਰੇ ਜਾਣੇ ਧਿਆਨ ਰੱਖਿਓ, ਅਤੇ ਭਰਨਾ ਆਪਾਂ ਜਿਹੜਾ ਉਹ ਸੈਂਸਸ ਜ਼ਰੂਰ ਹੈਗਾ ਆ। ਸੋ ਇਸ ਦੇ ਉੱਤੇ ਜ਼ਰੂਰ ਆਪਾਂ ਗੱਲਬਾਤ ਆਉਣ ਵਾਲੇ ਦਿਨਾਂ ਦੇ ਵਿੱਚ ਕਰਦੇ ਰਹਾਂਗੇ। ਅਤੇ ਹੁਣ ਮੇਰੇ ਰਾਜਕਮਲ ਸਿੰਘ ਅਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM